2 ਤੋਂ 3 ਘੰਟਿਆਂ ਦੇ ਗੈਪ ਤੋਂ ਕੁਛ ਨਾ ਕੁਛ ਖਾਂਦੇ ਰਹਿਣਾ ਬਿਨਾਂ ਕਿਸੇ ਸਪਲੀਮੈਂਟ ਤੋਂ 4-5 ਕਿਲੋ ਉਹਨਾਂ ਦਾ ਇੱਕ ਮਹੀਨੇ ਦਾ ਵੱਧ ਜਾਂਦਾ ਆਉਂਦੇ ਆ ਬਾਈ ਵੇ ਪ੍ਰੋਟੀਨ ਲੈਣਾ ਯਾਰ ਮੈਂ ਕਿਉਂ ਖਰਚਾ ਕਰਨਾ ਤੂੰ ਇਹਦੇ ਚੋਂ ਕੱਢ ਲਿਆ ਕਰ ਪ੍ਰੋਟੀਨ ਆਂਡੇ ਖਾ ਲਿਆ ਕਰ ਜਾਂ ਚਿਕਨ ਖਾ ਲਿਆ ਕਰ ਜੇ ਨੌਨ ਵੈਜ ਖਾ ਲੈਣਾ ਸਸਤੇ ਪੈਣਗੇ ਮੰਨਦਾ ਕੋਈ ਨਹੀਂ ਉਬਲੇ ਆਲੂ ਜਾਂ ਦਲੀਆ ਇਹ ਤੁਸੀਂ ਐਕਸਰਸਾਈਜ਼ ਤੋਂ ਪਹਿਲਾਂ ਲੈ ਸਕਦੇ ਹੋ 2-2 ਘੰਟੇ ਵਰਕਆਊਟ ਕਰਦਾ ਤੇ ਜਾ ਕੇ ਘਰੇ ਉਹਨੇ ਸੁੱਕੀਆਂ ਰੋਟੀਆਂ ਖਾਣੀਆਂ ਉਹ ਵੀ ਪਤਾ ਨਹੀਂ ਕੱਦੂ ਦੀ ਸਬਜ਼ੀ ਮਿਲਦੀ ਹੈ ਜਾਂ ਕੀ ਹੁੰਦਾ ਤਾਂ ਫਿਰ ਉੱਥੇ ਗਰੋਥ ਪੋਸੀਬਲ ਨਹੀਂ ਹੁੰਦੀ ਪ੍ਰੀ ਵਰਕਆਊਟ ਸਪਲੀਮੈਂਟ ਆ ਬਾਈ ਡੱਬਾ ਮੁੱਕ ਗਿਆ ਦੇਈ ਉਹ ਮੈਂ ਯਾਰ 2 ਰੁਪਈਆਂ ਦਾ ਕਾਫੀ ਦਾ ਪਾਊਚ ਆਉਂਦਾ ਤੁਸੀਂ ਉਹ ਲੈ ਲਿਆ ਕਰੋ ਕਾਲੇ ਛੋਲੇ ਤਾਂ ਮਿਲ ਹੀ ਜਾਣੇ ਆ ਜਾਂ ਦਾਲਾਂ ਜਿਹੜੀਆਂ ਕੋਈ ਵੀ ਹੁੰਦੀਆਂ ਮਿਲ ਜਾਂਦੀਆਂ ਇਹ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈਗਾ ਜੀ ਮੇਰੇ ਕੋਲੇ ਵੀ ਆਉਂਦੇ ਹੁੰਦੇ ਆ ਬਾਈ 2 ਮਹੀਨੇ ਰਹਿ ਗਏ ਭਰਤੀ 'ਚ ਵਜਨ ਵਧਾਉਣਾਗਾ ਤੇ ਰੇਸ ਵੀ ਕੱਢਣੀ ਆ 45 ਤੋਂ 50 ਮਿੰਟਾਂ ਦੇ ਵਿੱਚ ਆਪਦਾ ਵਰਕਆਊਟ ਕੰਪਲੀਟ ਕਰ ਦੇਵੇ ਜੇ ਤੁਸੀਂ 50 ਤੋਂ ਲੈ ਕੇ 70-75 ਗ੍ਰਾਮ ਤੱਕ ਸੋਇਆ ਪ੍ਰੋਟੀਨ ਲੈਂਦੇ ਹੋ ਤਾਂ ਇਹਦੇ ਨਾਲ ਕੋਈ ਵੀ ਦਿੱਕਤ ਨਹੀਂ ਆਉਂਦੀ ਇੱਕ ਮਾਂ ਪਿਓ ਇਕੱਲੇ ਸਪਲੀਮੈਂਟ ਦਾ 8 ਤੋਂ 10 ਹਜ਼ਾਰ ਆਪਦੇ ਬੱਚੇ ਤੇ ਲਾਊਗਾ ਤਾਂ ਮੈਂ ਨਹੀਂ ਸਮਝਦਾ ਵੀ ਲੰਮਾ ਟਾਈਮ ਚੱਲੂ ਇਹ ਕੰਮ ਫਿਰ ਉਹ ਥੱਕ ਹਾਰ ਕੇ ਘਰੇ ਬੈਠ ਜਾਂਦੇ ਹੈਗੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਪੁਰਾਣਾ ਸਮਾਂ ਸੀ ਜਦੋਂ ਪਾਡੀ ਜਿਹੜੀ ਬਣਾਈ ਜਾਂਦੀ ਸੀ ਜਾਂ ਭਲਵਾਨ ਬਣਦੇ ਸੀ ਤਾਂ ਕਿਹਾ ਜਾਂਦਾ ਸੀ ਕਿ ਭਾਈ ਖੁੱਲ੍ਹੇ ਅਖਾੜਿਆਂ ਦੇ ਵਿੱਚ ਘੁਲ ਕੇ ਬਣਦੇ ਆ ਦੇਸੀ ਕਸਰਤਾਂ ਕਰਕੇ ਬਣਾਏ ਜਾਂਦੇ ਆ ਪਰ ਜਿਵੇਂ ਜਿਵੇਂ ਵੈਸਟਰਨ ਕਲਚਰ ਸਾਡੇ ਵਿੱਚ ਆਇਆ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੰਮਾਂ ਜਿਹੜੀਆਂ ਨੇ ਖੁੱਲ੍ਹਣ ਲੱਗੀਆਂ ਤਾਂ ਸਾਡੇ ਜਵਾਨ ਸਾਡੀ ਜਵਾਨੀ ਸਾਡੀਆਂ ਕੁੜੀਆਂ ਜਿਹੜੀਆਂ ਜਿੰਮਾਂ ਤੱਕ ਪਹੁੰਚਣ ਲੱਗੀਆਂ ਕਿ ਭਾਈ ਬੋਡੀ ਬਣਾਵਾਂਗੇ ਕਿਹੜਾ ਕੋਈ ਮੋਟਾ ਹੁੰਦਾ ਉਹਦਾ ਜਿਹੜਾ ਭਾਵ ਸੀ ਕਿ ਭਾਈ ਅਸੀਂ ਫਿੱਟ ਹੋਣਾ ਜਿਹੜਾ ਪਤਲਾ ਹੁੰਦਾ ਉਹ ਕਹਿੰਦਾ ਕਿ ਭਾਈ ਅਸੀਂ ਜਿਹੜੀ ਹੈਗੀ ਆ ਬਾਡੀ ਬਣਾਉਣੀ ਆ ਪਰ ਅਸਲ ਦੇ ਵਿੱਚ ਬਾਡੀ ਬਣਾਉਣ ਦੀ ਵੀ ਤਕਨੀਕ ਹੁੰਦੀ ਆ ਕਿ ਬਹੁਤੇ ਹੁੰਦੇ ਆ ਕਿ 2-2 ਸਾਲ ਲੋਹੇ ਨਾਲ ਮੱਥਾ ਮਾਰੀ ਜਾਂਦਾ ਉਸ ਤੋਂ ਬਾਅਦ ਕਹਿੰਦੇ ਯਾਰ ਸਾਡਾ ਤਾਂ ਕੁਛ ਬਣਿਆ ਨਹੀਂ ਯਾਰ ਜਾਂ ਸਾਡੇ ਯਾਰ ਪਤਾ ਨਹੀਂ ਕਿਉਂ ਨਹੀਂ ਬਾਡੀ ਬਣੀ ਪਰ ਅਸਲ ਦੇ ਵਿੱਚ ਇਹਦੀਆਂ ਤਕਨੀਕਾਂ ਹੁੰਦੀਆਂ ਨੇ ਅਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਤਕਨੀਕੀ ਬੰਦੇ ਆ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਰਾਬਤਾ ਜ਼ਰੂਰ ਕਰਵਾਇਆ ਜਾਵੇ ਉਹਨਾਂ ਦੇ ਨਾਲ ਤੁਹਾਡੀ ਸਾਂਝ ਕਰਵਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਭਾਈ ਬਾਡੀ ਦੀ ਕਿਹੜੀ ਤਕਨੀਕ ਦੇ ਨਾਲ ਜੇਕਰ ਸਾਡੀ ਜਵਾਨੀ ਜਿਹੜੀ ਆ ਬਾਡੀ ਬਣਾਉਣਾ ਚਾਹੁੰਦੀ ਆ ਆਪਦੇ ਆਪ ਨੂੰ ਫਿੱਟ ਕਰਨਾ ਚਾਹੁੰਦੀ ਆ ਤਾਂ ਫਿੱਟ ਹੋਇਆ ਕਿਵੇਂ ਜਾ ਸਕਦਾ ਕੋਈ ਪਤਲਾ ਆ ਉਹ ਚਾਹੁੰਦਾ ਆ ਕਿ ਮੇਰੀ ਯਾਰ ਚੰਗੀ ਬਾਡੀ ਹੋਵੇ ਮੇਰੀ ਦਿੱਖ ਚੰਗੀ ਹੋਵੇ ਕਿਵੇਂ ਬਣ ਸਕਦੀ ਆ ਉਸ ਦੇ ਬਾਬਤ ਜਿਹੜੀ ਆ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਮਨਵਰ ਹੋਣਗੇ ਸਭ ਤੋਂ ਪਹਿਲਾਂ ਮਨਵਰ ਬਾਈ ਦਾ ਸਵਾਗਤ ਕਰਦੇ ਹਾਂ ਫਿਰ ਮਨਵਰ ਬਾਈ ਤੋਂ ਪੂਰੀ ਜਾਣਕਾਰੀ ਜਿਹੜੀ ਆ ਲਵਾਂਗੇ ਖਾਸ ਜਾਣਕਾਰੀ ਲਵਾਂਗੇ ਡੱਬਿਆਂ ਬਾਰੇ ਕਿਉਂਕਿ ਅਕਸਰ ਆਖ ਦਿੰਦੇ ਜਦੋਂ ਬਹੁਤੀਆਂ ਜਿੰਮਾਂ ਦੇ ਵਿੱਚ ਚੱਲ ਜਾਂਦੇ ਆ ਨਾ ਤਾਂ ਜਿੰਮ ਕੋਚ ਜਿਹੜੇ ਉਹ ਆਖ ਦਿੰਦੇ ਕਿ ਯਾਰ ਡੱਬਿਆਂ ਬਿਨਾਂ ਬਾਈ ਬਾਡੀ ਨਹੀਂ ਬਣਦੀ ਜੇ ਬਾਡੀ ਬਣਾਉਣੀ ਆ ਡੱਬਾ ਤੁਹਾਨੂੰ ਲੈਣਾ ਪਊ ਅਤੇ ਇਹ ਡੱਬੇ ਹੁੰਦੇ ਕਿਹੜੇ ਆ ਜਿਹੜੇ ਬਾਡੀਆਂ ਜਿਹੜੀਆਂ ਬਣਾਉਂਦੇ ਉਹਦੇ ਬਾਰੇ ਗੱਲਬਾਤ ਕਰਾਂਗੇ ਬਾਈ ਸਵਾਗਤ ਹੈ ਧੰਨਵਾਦ ਬਾਈ ਜੀ ਸਾਰਿਆਂ ਤੋਂ ਪਹਿਲਾਂ ਤੁਹਾਡਾ ਵੀ ਧੰਨਵਾਦ ਮੇਰੇ ਤੱਕ ਅਪਰੋਚ ਕੀਤੀ ਤੇ ਸਾਰੇ ਆਰਐਮਬੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਜਿਹੜੀ ਗੱਲ ਹੈ ਬੋਡੀ ਬਿਲਡਿੰਗ ਦੀ ਤੁਸੀਂ ਕਰਨ ਆਏ ਹੋ ਪਹਿਲਾਂ ਆਪਾਂ ਫੈਟ ਲਾਸ 'ਤੇ ਇੱਕ ਵੀਡੀਓ ਕੀਤੀ ਸੀ ਆਪਣੀ ਡਾਈਟ ਦੇ ਬਾਰੇ ਵਿੱਚ ਬੋਡੀ ਬਿਲਡਿੰਗ ਦਾ ਅੱਜ ਕੱਲ੍ਹ ਕਾਫੀ ਜ਼ਿਆਦਾ ਕਰੇਜ਼ ਆ ਜੀ ਖਾਸ ਤੌਰ 'ਤੇ ਫਿਟਨੈਸ ਦਾ ਜੇ ਆਪਾਂ ਆਖੀਏ 6 ਪੈਕ ਐਬਸ ਜਿਹੜੇ ਹੁੰਦੇ ਆ ਤਾਂ ਇਹਨੂੰ ਲੈ ਕੇ ਇੰਡਸਟਰੀ ਦੇ ਵਿੱਚ ਸਾਰੀ ਫਿਟਨੈਸ ਲਾਈਨ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਹੌਚ-ਪੌਚ ਹੋਇਆ ਪਿਆ ਕੰਮ ਕਿਉਂਕਿ ਹਰ ਇੱਕ ਕੋਚ ਦਾ ਮਕਸਦ ਇਹ ਹੁੰਦਾ ਵੀ ਸਾਰਿਆਂ ਤੋਂ ਪਹਿਲਾਂ ਬੰਦੇ ਦਾ ਜਿਹੜਾ ਰਹਿਣ ਸਹਿਣ ਦੇਖੀਏ ਵੀ ਉਹ ਜੇ ਗੱਡੀ 'ਤੇ ਆਇਆ ਤਾਂ ਉਸ ਹਿਸਾਬ ਨਾਲ ਪੈਸੇ ਲੈਣੇ ਆ ਬੁਲਟ 'ਤੇ ਆਇਆ ਉਸ ਹਿਸਾਬ ਨਾਲ ਪੈਸੇ ਲੈਣੇ ਆ ਜਾਂ ਕੋਈ ਉਹਦੇ ਆਸ-ਪਾਸ ਦਾ ਹੀ ਦੱਸ ਦਿੰਦਾ ਵੀ ਇਹ ਚੰਗੀ ਸਾਮੀ ਆ ਗਈ ਵੀ ਇਹਦੇ ਤੋਂ ਇੰਨੇ ਪੈਸੇ ਹੜੱਪ ਲਓ ਵੀ 4-5 ਚੀਜ਼ਾਂ ਲਾ ਕੇ ਦੇ ਦਿਓ ਜਾਂ ਮੈਂ ਕਈ ਦੇਖੇ ਵੀ ਆ ਕੋਚ ਵੀ ਮੰਨ ਲਓ ਵੈਜੀਟੇਰੀਅਨ ਬੰਦਾ ਇੱਕ ਉਹਦੇ ਪ੍ਰੋਟੀਨ ਦੀ ਰਿਕੁਆਇਰਮੈਂਟ ਆ ਉਹ ਆਪਣੀ ਜਿਹੜੀ ਡਾਈਟ ਹੈ ਡੇਲੀ ਉਹਦੇ 'ਚੋਂ ਪੂਰੀ ਨਹੀਂ ਹੁੰਦੀ ਉਹਦੇ ਲਈ ਉਹਨੂੰ ਵੇ ਪ੍ਰੋਟੀਨ ਦੀ ਜ਼ਰੂਰਤ ਹੈ ਅਤੇ ਉਹ ਵੇ ਪ੍ਰੋਟੀਨ ਦੀ ਜੇ ਆਪਣੇ ਕੋਚ ਤੋਂ ਮੰਗ ਕਰਦਾ ਜਾਂ ਕਿਸੇ ਵੀ ਹੋਰ ਦੁਕਾਨਦਾਰ ਤੋਂ ਤਾਂ 4-5 ਚੀਜ਼ਾਂ ਜਿਹੜੀਆਂ ਉਹਦੇ ਨਾਲ ਇੱਕ ਹੋਰ ਰੂੰਗੇ ਵਜੋਂ ਲਾ ਦਿੱਤੀਆਂ ਜਾਂਦੀਆਂ ਰੂੰਗਾ ਤਾਂ ਚਲੋ ਫ੍ਰੀ ਹੁੰਦਾ ਪਰ 5-7 ਹਜ਼ਾਰ ਉਹਦਾ ਹੋਰ ਐਕਸਟਰਾ ਲਵਾ ਦਿੱਤਾ ਜਾਂਦਾ ਉਹਦੇ 'ਤੇ ਅਤੇ ਇਹਦੇ ਕਰਕੇ ਇਹਨੂੰ ਦੇਖ ਕੇ ਬਹੁਤੇ ਜਿਹੜੇ ਨਵੇਂ ਆ ਬਿਗਨਰ ਹੈਗੇ ਜਿਹੜੇ ਉਹਨਾਂ ਦਾ ਮਨ ਮੁੜ ਜਾਂਦਾ ਅਤੇ ਪੇਰੈਂਟਸ ਦਾ ਤਾਂ ਮੁੜਦਾ ਹੀ ਮੁੜਦਾ ਗਾ ਕਿਉਂਕਿ ਉਹਨਾਂ ਦੀ ਜੇਬ 'ਤੇ ਜਿਹੜਾ ਇੰਨਾ ਜ਼ਿਆਦਾ ਭਾਰ ਪੈਂਦਾ ਗਾ ਇਸ ਚੀਜ਼ ਦਾ ਅੱਛਾ ਜੇਕਰ ਹੁਣ ਗੱਲ ਕਰੀਏ ਮੋਟੇ ਤੋਂ ਪਤਲਾ ਕਿਵੇਂ ਹੁਣ ਅਸੀਂ ਗੱਲਬਾਤ ਕਰ ਲਈ ਲੋਕਾਂ ਤੱਕ ਪਹੁੰਚਦੀ ਕਰਤੀ ਹੁਣ ਜਿਹੜੇ ਪਤਲੇ ਆ ਉਹ ਨਾਰਾਜ਼ ਹੋ ਗਏ ਕਹਿੰਦੇ ਭਾਈ ਸਾਨੂੰ ਵੀ ਦੱਸੋ ਅਸੀਂ ਵੀ ਬਾਡੀ ਬੂਡੀ ਬਣਾਉਣੀ ਆਪਦੀ ਅਸੀਂ ਵੀ ਫਿੱਟ ਹੋਣਾ ਅਸੀਂ ਕਿਵੇਂ ਹੋਈਏ ਬਾਈ ਪਹਿਲਾਂ ਤਾਂ ਮੈਨੂੰ ਦੱਸੋ ਵੀ ਕੱਲੀ ਜਿਹੜੀ ਜਿੰਮ ਆ ਉਹ ਕੁਛ ਕਰ ਦਿੰਦੀ ਆ ਜੇ ਅਸੀਂ ਆਉਣੇ ਆ ਆ ਕੇ
ਲੋਹੇ ਦੇ ਨਾਲ ਮੱਥਾ ਮਾਰਦੇ ਆ, ਹਾਂਜੀ ਸਾਲ ਭਰ ਮਰੀ ਜਾਂਦੇ ਆ। ਬਹੁਤੇ ਮੇਰੇ ਵਰਗੇ ਕਹਿੰਦੇ ਯਾਰ ਬਣਿਆ ਕੁਛ ਨਹੀਂ ਬਾਈ, ਇਹ ਤਾਂ ਐਵੇਂ ਬਸ ਗੱਲਾਂ ਹੀ ਆ। ਹਾਂਜੀ ਹੁੰਦਾ ਕੁਛ ਜੇ ਬੰਦਾ ਕੱਲੀ ਜਿੰਮ ਲਾਉਂਦਾ। ਦੇਖੋ ਜੀ ਸਿੰਪਲ ਜੀ ਗੱਲ ਆ, ਆਪਾਂ ਤਿੰਨ ਵੀਰ ਇੱਥੇ ਹੈਗੇ ਆ, ਤੁਸੀਂ ਹੈਗੇ ਹੋ, ਕੈਮਰਾਮੈਨ ਬਾਈ ਹੈਗੇ ਆ, ਤਾਂ ਤਿੰਨਾਂ ਦੀ ਲੁੱਕ ਦੇ ਵਿੱਚ ਆਪਣੇ ਵਿੱਚ ਫਰਕ ਆ, ਕੱਦ ਦੇ ਵਿੱਚ ਫਰਕ ਆ, ਭਾਰ ਦੇ ਵਿੱਚ ਫਰਕ ਆ। ਤਾਂ ਹਰ ਇੱਕ ਬੰਦਾ ਜਿਹੜਾ ਕੋਈ ਵੀ ਐਕਸਰਸਾਈਜ਼ ਕਰਦਾ ਉਹਦੇ ਜੈਨੇਟਿਕਸ ਵੱਖਰੇ ਹੁੰਦੇ ਆ। ਬਹੁਤੇ ਲੋਕ ਮੈਂ ਇਹੋ ਜਿਹੇ ਵੀ ਦੇਖੇ ਆ ਜਿਹੜੇ ਕੱਲੀਆਂ ਦੁੱਧ ਰੋਟੀਆਂ ਖਾ ਕੇ ਮਾੜਾ ਮੋਟਾ ਜਿਹੜਾ ਹੈ ਵਰਕਆਊਟ ਕਰਦੇ ਆ, ਉਹਦੇ ਨਾਲ ਵੀ ਉਹਨਾਂ ਦੀ ਬਾਡੀ ਚੱਲ ਪੈਂਦੀ ਆ। ਬਟ ਉਹ ਕੁਝ ਕੁ % ਕੇਸ ਹੀ ਹੁੰਦੇ ਆ। ਅਦਰਵਾਈਜ਼ ਜੇ ਆਪਾਂ ਗੱਲ ਕਰੀਏ 90 ਤੋਂ 95% ਕੇਸਾਂ ਦੇ ਵਿੱਚ ਜਿਹੜੀ ਡਾਈਟ ਦਾ ਰੋਲ ਸਭ ਤੋਂ ਵੱਧ ਮੰਨਿਆ ਜਾਂਦਾ। ਜਿਵੇਂ ਬਾਹਰਲੇ ਕੋਚ ਨੇ ਜਿਹੜੇ ਵੱਡੇ ਲੈਵਲ ਦੇ ਹੈਗੇ ਆ, ਉਹ ਫੈਟ ਲਾਸ ਦੇ ਤਰੀਕੇ ਦੱਸਦੇ ਆ ਨਾ ਜਦੋਂ, ਜਾਂ ਮਸਲ ਗੇਨ ਦੇ ਤਰੀਕੇ ਦੱਸਦੇ ਆ, ਉਹਦੇ ਵਿੱਚ ਸਾਰਾ ਫੋਕਸ ਹੀ ਉਹਨਾਂ ਦਾ ਡਾਈਟ ਦਾ ਹੁੰਦਾ। ਜਿਹੜੇ ਰੂਲ ਦੱਸੇ ਹੁੰਦੇ ਆ ਸਾਰੇ ਉਹ ਡਾਈਟ ਤੇ ਹੀ ਨਿਰਭਰ ਹੁੰਦੇ ਆ। ਜੇਕਰ ਆਪਾਂ ਗੱਲ ਕਰੀਏ ਕਿੰਨੇ % ਜਿਹੜੇ ਕਿਸੇ ਨੇ ਆਪਣੀ ਬਾਡੀ ਜਿਹੜੀ ਆ ਬਣਾਉਣੀ ਆ, ਜਾਂ ਮੈਂ ਉਹ ਕਹਣਾ ਬਹੁਤੀ ਬਾਡੀ ਬਿਲਡਿੰਗ ਵਾਲੇ ਪਾਸੇ ਆਪਾਂ ਨਹੀਂ ਜਾਂਦੇ, ਫਿੱਟ ਹੋਣਾ, ਕਿੰਨੇ % ਜਿਮ ਜਿਹੜੀ ਆ ਉਹ ਚਾਹੀਦੀ ਹੈ, ਕਿੰਨੇ % ਡਾਈਟ ਦਾ ਰੋਲ ਜਿਹੜਾ ਹੁੰਦਾ ਆ? ਦੇਖੋ ਡਾਈਟ ਦਾ ਰੋਲ ਤਾਂ ਭਾਵੇਂ ਤੁਸੀਂ ਮੋਟਾਪਾ ਘੱਟ ਕਰਨਾ, ਭਾਵੇਂ ਮਸਲ ਗੇਨ ਕਰਨੇ ਆ, 70 ਤੋਂ 80% ਉਹਦਾ ਰੋਲ ਰਹਿੰਦਾ ਹੀ ਰਹਿੰਦਾ ਗਾ। ਕਿਉਂਕਿ ਸਾਡੀ ਡਾਈਟ ਦੇ ਵਿੱਚ, ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਪ੍ਰੋਟੀਨ ਦੀ ਸਭ ਤੋਂ ਵੱਡੀ ਕਮੀ ਹੈ ਵੀ ਪ੍ਰੋਟੀਨ ਦੀ ਪੂਰਤੀ ਨਹੀਂ ਹੁੰਦੀ। ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਅਸੀਂ ਕਾਰਬਸ ਹੀ ਖਾਂਦੇ ਰਹਿੰਦੇ ਆ, ਕਾਰਬੋਹਾਈਡਰੇਟ ਬਸ ਆਹੀ ਚੱਲੀ ਜਾਂਦਾ। ਕਾਰਬੋਹਾਈਡਰੇਟ ਇੱਕ ਫਿਊਲ ਹੈ, ਇੱਕ એનર્ਜੀ ਦਾ ਕੰਮ ਕਰਦੇ ਆ ਸਾਡੇ ਲਈ, ਨੋ ਡਾਊਟ ਉਹ ਵੀ ਬਹੁਤ ਜ਼ਰੂਰੀ ਨੇ। ਬਟ ਜਿਹੜਾ ਮਸਲ ਨੇ ਬਿਲਡ ਕਰਨਾ, ਗਰੋ ਕਰਨਾ ਮਸਲ ਨੂੰ, ਤੇ ਉਹ ਸਿਰਫ ਤੇ ਸਿਰਫ ਪ੍ਰੋਟੀਨ ਨੇ ਕਰਨਾ ਜੀ। ਅੱਛਾ ਇੱਕ ਚੀਜ਼ ਹੋਰ ਆ ਬਈ, ਜਦੋਂ ਕੋਈ ਬੰਦਾ ਪਤਲਾ ਹੁੰਦਾ ਨਾ ਤਾਂ ਉਹਨੂੰ ਬਹੁਤੇ ਤਾਂ ਇਹ ਆਖ ਦਿੰਦੇ ਆ ਕਿ ਯਾਰ ਤੂੰ ਆਪਦੀਆਂ ਰੋਟੀਆਂ ਵਧਾ ਦੇ, ਬਹੁਤੇ ਕਹਿੰਦੇ ਆ ਪਰੌਂਠੇ ਖਾਣ ਲੱਗ ਜਾ, ਬਹੁਤੇ ਕਹਿੰਦੇ ਆ ਸਮੋਸੇ ਖਾਣ ਲੱਗ ਜਾ, ਤੂੰ ਮੋਟਾ ਹੋ ਜਾਏਗਾ। ਪਹਿਲਾਂ ਇਹ ਦੱਸੋ ਵੀ ਉਵੇਂ ਬੰਦਾ ਮੋਟਾ ਹੋ ਜਾਂਦਾ? ਬਿਲਕੁਲ ਜੀ, ਉਹੀ ਗੱਲ ਆ ਜਾਂਦੀ ਹੈ। ਜਿਵੇਂ ਕਾਰਬੋਹਾਈਡਰੇਟ ਦੀ ਜਦੋਂ ਆਪਾਂ ਮਾਤਰਾ ਵਧਾ ਦਿੰਨੇ ਆ ਆਪਣੇ ਖਾਣੇ ਦੇ ਵਿੱਚ, ਉਹਦੇ ਨਾਲ ਕੀ ਹੈ, ਸਿੰਪਲੀ ਗਲੂਕੋਜ਼ ਲੈਵਲ ਵੱਧਦਾ ਤੇ ਉਹ ਜਾ ਕੇ ਬਾਡੀ ਫੈਟ ਜਿਹੜੀ ਹੈ ਸਾਡੀ ਉਹਦੇ ਰੂਪ ਦੇ ਵਿੱਚ ਸਟੋਰ ਹੋਣ ਲੱਗ ਜਾਂਦਾ। ਕੋਈ ਮਸਲ ਨਹੀਂ ਵੱਧਦਾ ਉਹਦੇ ਨਾਲ, ਸਿਰਫ ਤੇ ਸਿਰਫ ਜਿਹੜੀ ਬਾਡੀ ਫੈਟ % ਆ ਸਾਡੀ ਉਹੀ ਵੱਧਦੀ ਆ। ਅੱਛਾ ਪਰ ਕਿੱਦਾਂ ਦੀ ਜਿਹੜੀ, ਜੇਕਰ ਖੁਰਾਕ ਦੀ ਗੱਲ ਕਰਾਂ ਤਾਂ ਕਿੱਦਾਂ ਦੀ ਖੁਰਾਕ ਜਿਹੜੀ ਆ ਤੁਸੀਂ ਰეკਮੈਂਡ ਕਰਦੇ ਹੋ, ਔਰ ਕਿੱਦਾਂ ਦੀ ਖੁਰਾਕ? ਮੈਂ ਦੇਸੀ ਖੁਰਾਕ ਦੀ ਬਾਈ ਗੱਲ ਕਰੂੰਗਾ, ਆਪਾਂ ਡੱਬਿਆਂ ਤੇ ਨਹੀਂ ਜਾਂਦੇ, ਡੱਬਿਆਂ ਦੀ ਗੱਲ ਤੇ ਆਪਾਂ ਬਾਅਦ ਦੇ ਵਿੱਚ ਆਵਾਂਗੇ। ਦੇਸੀ ਖੁਰਾਕ ਦੀ ਜਿਹੜਾ ਘਰ ਦੇ ਵਿੱਚ ਹੈਗਾ ਨੌਜਵਾਨ, ਥੋੜੀ ਬਹੁਤੀ ਕਸਰਤ ਚਲੋ ਕਿਸੇ ਗਰਾਊਂਡ ਦੇ ਵਿੱਚ ਜਾਂ ਕਿਤੇ ਵੀ ਕਰਦਾ, ਉਹ ਚਾਹੁੰਦਾ ਕਿ ਆਪਣੇ ਆਪ ਨੂੰ ਫਿੱਟ ਕਰਨਾ, ਥੋੜਾ ਜਿਹਾ ਆਪਣੇ ਆਪ ਦੇ ਵਿੱਚ ਜਿਹੜਾ ਹੈ ਮੋਟਾ ਹੋਣਾ, ਤਾਂ ਉਹ ਕਿਸ ਤਰ੍ਹਾਂ ਦੇ ਨਾਲ ਹੋ ਸਕਦਾ? ਦੇਖੋ ਸਾਰਿਆਂ ਤੋਂ ਪਹਿਲਾਂ ਦੀ ਗੱਲ, ਜੇਕਰ ਤੁਸੀਂ ਪ੍ਰੋਫੈਸ਼ਨਲੀ ਬਾਡੀ ਬਿਲਡਿੰਗ ਨਹੀਂ ਕਰਨੀ ਤਾਂ ਸੌਖੇ ਜਿਹੇ ਤਰੀਕੇ ਨਾਲ ਤੁਸੀਂ ਜਿਹੜਾ ਆਪਦੇ ਮਸਲਸ ਨੂੰ ਗਰੋ ਕਰ ਸਕਦੇ ਹੋ। ਜਿਵੇਂ ਪਹਿਲਾਂ ਵਾਲੀ ਵੀਡੀਓ ਤੋਂ ਨਾ ਮੈਨੂੰ ਦੇਖ ਕੇ ਉਹਨੂੰ ਕਾਫੀ ਜ਼ਿਆਦਾ ਫੋਨ ਆਏ, ਕਹਿੰਦੇ ਵੀ ਤੁਸੀਂ ਆਂਡੇ ਰეკਮੈਂਡ ਕੀਤੇ ਆ, ਪ੍ਰੋਟੀਨ ਦਾ ਵਧੀਆ ਸੋਰਸ ਹੁੰਦੇ ਆ, ਤੇ ਅਸੀਂ ਤਾਂ ਅੰਮ੍ਰਿਤਧਾਰੀਆਂ ਜਾਂ ਮਤਲਬ ਕਿਸੇ ਧਰਮ ਨੂੰ ਮੰਨਦੇ ਆ ਤੇ ਅਸੀਂ ਆਂਡੇ ਨਹੀਂ ਖਾ ਸਕਦੇ। ਮੈਂ ਨਹੀਂ, ਆਂਡੇ ਨਹੀਂ ਪ੍ਰਮੋਟ ਕੀਤੇ ਉਹਦੇ ਵਿੱਚ, ਮੈਂ ਪ੍ਰੋਟੀਨ ਡਾਈਟ ਪ੍ਰਮੋਟ ਕੀਤੀ ਆ। ਉਹ ਮਤਲਬ ਬਿਹਤਰ ਜਿਹੜਾ ਸਾਰਿਆਂ ਤੋਂ ਸੋਰਸ ਜਿਹੜਾ ਹੈ ਆਂਡੇ, ਚਿਕਨ ਤੇ ਵੇ ਪ੍ਰੋਟੀਨ ਉਹ ਹੈ। ਬਾਕੀ ਬਾਅਦ 'ਚ ਜੇ ਵੈਜੀਟੇਰੀਅਨ ਆਪਾਂ ਕੰਪਲੀਟ ਤੌਰ ਤੇ ਵੈਜੀਟੇਰੀਅਨ ਡਾਈਟ ਫੋਲੋ ਕਰਨੀ ਆ ਤਾਂ ਉਹਦੇ ਵਿੱਚ ਦਾਲਾਂ ਆ ਜਾਂਦੀਆਂ। ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਕੋਈ ਬੱਚਾ ਜਿਹੜਾ ਹੈ ਬਾਡੀ ਬਿਲਡਿੰਗ ਕਰਨਾ ਚਾਹੁੰਦਾ, ਮਤਲਬ ਮਸਲ ਗੇਨ ਕਰਨਾ ਚਾਹੁੰਦਾ, ਤਾਂ ਉਹਦੇ ਲਈ ਸਾਰਿਆਂ ਤੋਂ ਵਧੀਆ ਸੋਰਸ ਜਿਹੜਾ ਹੈ ਮਸਲ ਗਰੋ ਕਰਨ ਦੇ ਲਈ, ਜੇਕਰ ਆਂਡੇ ਖਾ ਲੈਂਦਾ ਤਾਂ ਵੈਲ ਐਂਡ ਗੁੱਡ ਹੈ। ਤੇ ਮਤਲਬ ਦਿਨ ਦੇ 5 ਤੋਂ 6 ਆਂਡੇ ਬਹੁਤ ਆ, 3 ਕਰਕੇ 2 ਤੋਂ 3 ਘੰਟਿਆਂ ਦੇ ਗੈਪ ਤੋਂ ਕੁਛ ਨਾ ਕੁਛ ਖਾਂਦੇ ਰਹਿਣਾ। ਮਤਲਬ 2 ਘੰਟਿਆਂ ਤੋਂ ਪਹਿਲਾਂ ਨਹੀਂ ਕੁਛ ਖਾਣਾ, ਸਾਡਾ ਜਿਹੜਾ ਡਾਈਜੈਸ਼ਨ ਦਾ ਪ੍ਰੋਸੈਸ ਉਹ ਚੱਲ ਰਿਹਾ ਹੁੰਦਾ, ਤੇ 3 ਘੰਟਿਆਂ ਤੋਂ ਵੱਧ ਦਾ ਗੈਪ ਨਹੀਂ ਪੈਣ ਦੇਣਾ ਚਾਹੀਦਾ ਹੁੰਦਾ। ਇਹਦੇ ਵਿੱਚ ਸਿੰਪਲੀ ਤੁਸੀਂ ਕੀ ਹੈ, ਮਤਲਬ ਕੰਪਲੈਕਸ ਕਾਰਬ ਦਾ ਸੋਰਸ ਆ ਗਿਆ ਜਿਹੜਾ ਐਕਸਰਸਾਈਜ਼ ਤੋਂ ਪਹਿਲਾਂ ਲਾਉਣਾ ਹੁੰਦਾ। ਉਬਲੇ ਆਲੂ ਜਾਂ ਦਲੀਆ, ਇਹ ਤੁਸੀਂ ਐਕਸਰਸਾਈਜ਼ ਤੋਂ ਪਹਿਲਾਂ ਲੈ ਸਕਦੇ ਹੋ। ਐਕਸਰਸਾਈਜ਼ ਤੋਂ ਬਾਅਦ ਆਂਡੇ ਤੇ ਇੱਕ ਜਿਹੜਾ ਹੈ ਵਧੀਆ ਕਾਰਬ ਦਾ ਸੋਰਸ ਜਿਹੜਾ ਮੈਚ ਹੋ ਕੇ ਮਸਲ ਤੱਕ ਲੈ ਕੇ ਜਾਂਦਾ, ਟਰਾਂਸਪੋਰਟੇਸ਼ਨ ਦਾ ਕੰਮ ਕਰਦਾ, ਕਾਰਬੋਹਾਈਡਰੇਟ, ਉਹਦੇ 'ਚ ਸੇਬ ਜਾਂ ਕੇਲਾ ਆ ਜਾਂਦਾ, ਤੇ ਨਾਲ ਮਤਲਬ 2 ਤੋਂ 3 ਆਂਡੇ ਹੋ ਗਏ। ਜੇ ਆਂਡੇ ਤੁਸੀਂ ਨਹੀਂ ਖਾ ਸਕਦੇ ਤਾਂ ਉਹਦੇ 'ਚ ਜਿਵੇਂ ਰਾਜਮਾਂਹ ਆ ਗਏ, ਜਾਂ ਰੌਂਗੀ ਦੀ ਦਾਲ ਆ ਗਈ, ਲੋਬੀਆ ਬੀਨਸ ਜਿਹਨੂੰ ਬੋਲ ਦਿੰਦੇ ਆ, ਕੋਈ ਵੀ ਮੂੰਗੀ ਦੀ ਦਾਲ ਆ ਗਈ, ਜਾਂ ਕਾਲੇ ਛੋਲੇ ਵੀ ਵਧੀਆ ਇੱਕ ਸੋਰਸ ਆ ਪ੍ਰੋਟੀਨ ਦਾ, ਬਟ 17% ਪ੍ਰੋਟੀਨ ਹੁੰਦਾ। ਬਾਕੀ ਜਿਹੜੀਆਂ ਦਾਲਾਂ ਸਾਰੀਆਂ 'ਚ 25% ਦੇ ਆਸ-ਪਾਸ ਹੁੰਦਾ। ਤੇ ਆਪਣੇ ਭੋਜਨ ਦੇ ਵਿੱਚ ਤੁਸੀਂ ਇੱਕ ਮੋਟੀ ਜੀ ਨਿਗਾਹ ਮਾਰਨੀ ਆ, ਭਾਵੇਂ ਪੜ੍ਹ ਲਓ ਕਿਸੇ ਪਾਸਿਓਂ, ਅੱਜ ਕੱਲ੍ਹ ਹਰ ਇੱਕ ਦੇ ਫੋਨ ਦੇ ਵਿੱਚ ਗੂਗਲ ਹੈਗਾ, ਤੇ ਉੱਥੋਂ ਦੇਖ ਸਕਦੇ ਹੋ ਵੀ ਕਿਹੜੇ ਭੋਜਨ ਦੇ ਵਿੱਚ ਕਿੰਨਾ ਪ੍ਰੋਟੀਨ ਹੈ। ਜਿਵੇਂ ਇੱਕ ਸਸਤਾ ਜਿਹਾ ਸੋਰਸ ਹੈਗਾ ਆਪਣਾ ਸੋਇਆਬੀਨ ਦੀਆਂ ਬੜੀਆਂ, 40-45 ਰੁਪਈਆਂ ਦਾ ਡੱਬਾ ਆ ਜਾਂਦਾ 200 ਗ੍ਰਾਮ ਦਾ, ਤੇ ਉਹਦੇ ਵਿੱਚ ਕੀ ਹੈ, 200 ਗ੍ਰਾਮ ਦੇ ਵਿੱਚੋਂ ਜੇ ਤੁਸੀਂ 50 ਗ੍ਰਾਮ ਕੱਢਦੇ ਹੋ, ਕਿਉਂਕਿ 50% ਉਹਦੇ ਵਿੱਚ ਪ੍ਰੋਟੀਨ ਹੁੰਦਾ,
50 ਗ੍ਰਾਮ ਤੁਸੀਂ ਕੱਢ ਲਿਆ, ਚੌਥਾ ਹਿੱਸਾ ਕੱਢ ਲਿਆ, ਕੋਈ ਤੋਲਣ ਦੀ ਲੋੜ ਨਹੀਂ, ਉਹ ਇੱਕ ਪੈਕਟ ਦੇ ਵਿੱਚੋਂ, ਤਾਂ 50 ਗ੍ਰਾਮ ਦੇ ਵਿੱਚੋਂ 25 ਗ੍ਰਾਮ ਜਿਹੜਾ ਤੁਹਾਨੂੰ ਪ੍ਰੋਟੀਨ ਮਿਲਣਾਗਾ, ਤਾਂ ਤੁਸੀਂ ਦਿਨ ਦੇ ਵਿੱਚੋਂ 25 ਗ੍ਰਾਮ ਪ੍ਰੋਟੀਨ ਖਾ ਸਕਦੇ ਹੋ। ਤੇ ਇੱਥੇ ਮੈਂ ਹੋਰ ਵੀ ਦੱਸਣਾ ਚਾਹਣਾ ਦਰਸ਼ਕਾਂ ਨੂੰ, ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਸੋਇਆਬੀਨ ਤੋਂ ਮਿਲਣ ਵਾਲਾ ਪ੍ਰੋਟੀਨ ਆ ਉਹਦੀ ਜੇ ਅਸੀਂ ਕੰਜ਼ੰਪਸ਼ਨ ਵਧਾਉਣੇ ਆ ਤਾਂ ਉਹਦੇ ਨਾਲ ਕੀ ਹੈ, ਗੈਨੈਕੋਮੈਸਟੀਆ, ਜਿਵੇਂ ਮੇਲ ਵੂਜ਼ ਕਹਿ ਦਿੰਦੇ ਹੈਗੇ ਉਹਨੂੰ, ਛਾਤੀ ਦੇ ਵਿੱਚ ਗੰਢਾਂ ਬਣ ਲੱਗ ਜਾਂਦੀਆਂ, ਲੇਡੀਜ਼ ਹਾਰਮੋਨ ਡਿਵੈਲਪ ਹੋਣ ਲੱਗ ਜਾਂਦੇ ਆ, ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਆ ਕਿਉਂਕਿ ਫਾਈਟੋਐਸਟ੍ਰੋਜਨ ਇਹਦੇ ਵਿੱਚ ਪਾਏ ਜਾਂਦੇ ਆ ਸੋਇਆ ਦੇ ਵਿੱਚ। ਬਟ ਇੱਕ ਸੀਮਤ ਮਾਤਰਾ, ਜੇ ਤੁਸੀਂ 50 ਤੋਂ ਲੈ ਕੇ 70-75 ਗ੍ਰਾਮ ਤੱਕ ਸੋਇਆ ਪ੍ਰੋਟੀਨ ਲੈਂਦੇ ਹੋ ਤਾਂ ਇਹਦੇ ਨਾਲ ਕੋਈ ਵੀ ਦਿੱਕਤ ਨਹੀਂ ਆਉਂਦੀ। ਪਲੱਸ ਜਿਹੜਾ ਤੁਹਾਡਾ ਕੋਲੈਸਟਰੋਲ ਲੈਵਲ ਆ, ਗੁੱਡ ਕੋਲੈਸਟਰੋਲ ਲੈਵਲ, ਉਹ ਵੀ ਇਹਦੇ ਨਾਲ ਮੇਨਟੇਨ ਰਹਿੰਦਾ। ਅੱਛਾ, ਇੱਕ ਬਹੁਤੇ ਜਿਹੜੇ ਹੈਗੇ ਆ ਲੋਕ, ਜੇਕਰ ਮੈਂ ਪੁਰਾਣੇ ਪਹਿਲਵਾਨਾਂ ਦੀ ਗੱਲ ਕਰ ਲਾਂ ਤਾਂ ਉਹ ਰეკਮੈਂਡ ਕਰਦੇ ਆ ਕਿ ਭਾਈ ਯਾਰ ਜਿਹੜੇ ਛੋਲੇ ਹੁੰਦੇ ਹੈਗੇ, ਤੁਸੀਂ ਇਹ ਵੀ ਚੀਜ਼ ਜਿਹੜੀ ਹੈਗੀ ਆ ਵਰਤਿਆ ਕਰੋ। ਹਾਂਜੀ ਬਿਲਕੁਲ, ਜਿਵੇਂ ਕਾਲੇ ਛੋਲਿਆਂ ਦੀ ਮੈਂ ਗੱਲ ਕੀਤੀ ਆ, ਬਹੁਤ ਵਧੀਆ ਪ੍ਰੋਟੀਨ ਦਾ ਸੋਰਸ ਹੈਗੇ ਆ ਇਹ, ਕਿਉਂਕਿ ਆਪਣੇ ਆਮ ਹੀ ਜਿਹੜੇ ਮਿਲ ਜਾਂਦੇ ਆ ਕਿਸੇ ਵੀ, ਮਤਲਬ ਪਛੜੇ ਤੋਂ ਪਛੜੇ ਇਲਾਕੇ 'ਚ ਵੀ ਚਲੇ ਜਾਈਏ, ਉੱਥੇ ਵੀ ਇੱਕ ਜਿਹੜੀ ਕੋਈ ਕਰਿਆਨੇ ਦੀ ਦੁਕਾਨ ਆ ਛੋਟੀ ਜੀ, ਉੱਥੇ ਕਾਲੇ ਛੋਲੇ ਤਾਂ ਮਿਲ ਹੀ ਜਾਣੇ ਆ, ਜਾਂ ਦਾਲਾਂ ਜਿਹੜੀਆਂ ਕੋਈ ਵੀ ਹੁੰਦੀਆਂ ਮਿਲ ਜਾਂਦੀਆਂ। ਇਹ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈਗਾ ਜੀ, ਜੇ ਤੁਸੀਂ ਮਤਲਬ ਐਗ ਜਾਂ ਚਿਕਨ ਨਹੀਂ ਖਾ ਸਕਦੇ। ਅੱਛਾ, ਜੇਕਰ ਸਵੇਰ ਦੀ ਗੱਲ ਕਰਾਂ, ਸਵੇਰ ਤੋਂ ਸਕੈਜੂਲ ਦੀ ਮੈਂ ਗੱਲ ਕਰਾਂ, ਸਵੇਰ ਦੀ ਸ਼ੁਰੂਆਤ ਜਿਹੜਾ ਹੈਗਾ ਬੰਦਾ ਫਿੱਟ ਹੋਣਾ ਚਾਹੁੰਦਾ ਆ, ਬਹੁਤਾ ਪਤਲਾ ਆ, ਉਹ ਕਿਸ ਤਰ੍ਹਾਂ ਦੇ ਨਾਲ ਕਰ ਸਕਦਾ ਆ? ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਜਿਵੇਂ ਖਾਲੀ ਪੇਟ ਅਸੀਂ ਫਰੈਸ਼ ਵਾਟਰ ਜਿਹੜਾ ਵੀ ਹੁੰਦਾ ਰੂਮ ਟੈਂਪਰੇਚਰ ਵਾਲਾ, ਉਹ ਪੀ ਲਓ ਸਾਰਿਆਂ ਤੋਂ ਵਧੀਆ, ਕਿਉਂਕਿ ਅਲੱਗ-ਅਲੱਗ ਪੈਮਾਨੇ ਮੰਨੇ ਗਏ ਹੈਗੇ। ਜਿਵੇਂ ਤੁਸੀਂ ਇਹ ਕਹਿ ਲਓ ਵੀ ਗਰਮ ਪਾਣੀ ਦੇ ਅਲੱਗ ਫਾਇਦੇ ਹੁੰਦੇ ਆ, ਆਈਸਡ ਕੋਲਡ ਵਾਟਰ ਦੇ ਅਲੱਗ ਫਾਇਦੇ ਹੁੰਦੇ ਆ, ਕਿਉਂਕਿ ਹਰ ਇੱਕ ਤੇ ਇਹ ਗੱਲਾਂ ਇੰਪਲੀਮੈਂਟ ਨਹੀਂ ਹੁੰਦੀਆਂ। ਕਿਸੇ ਨੂੰ ਨਜ਼ਲੇ ਰੇਸ਼ੇ ਦੀ ਬਾਏ ਬਰਥ ਪ੍ਰੋਬਲਮ ਹੁੰਦੀ ਆ, ਐਲਰਜੀ ਹੁੰਦੀ ਆ, ਤਾਂ ਇੱਕ ਤਾਜ਼ੇ ਪਾਣੀ ਦਾ ਗਲਾਸ ਤੁਸੀਂ ਜਿਹੜਾ ਪੀ ਕੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਤੇ ਮੈਂ ਮਸਲ ਗੇਨ ਵਾਲੇ ਪਾਸੇ ਨੂੰ ਜਾਊਂਗਾ, ਉਧਰ ਦੀ ਗੱਲ ਕਰੂੰਗਾ। ਤਾਂ ਸਿੰਪਲੀ ਤੁਸੀਂ ਜਿਵੇਂ ਇੱਕ ਦਲੀਆ ਹੁੰਦਾ ਘਰ ਦੇ ਵਿੱਚ, ਉਹ ਬਣਾ ਕੇ ਬਿਨਾਂ ਦੁੱਧ ਤੋਂ ਬਣਾ ਲਓ ਤਾਂ ਜ਼ਿਆਦਾ ਵਧੀਆ। ਤੇ ਬਾਅਦ ਦੇ ਵਿੱਚ ਉਹਦੇ 'ਚ ਤੁਸੀਂ ਦੁੱਧ ਵੀ ਐਡ ਕਰ ਸਕਦੇ ਹੋ ਜੇ ਜ਼ਿਆਦਾ ਸਕਿਨੀ ਹੋ, ਤੇ ਨਾਲ ਜਿਹੜਾ ਜਿਵੇਂ 5-6 ਬਦਾਮ ਹੋ ਗਏ ਤੇ ਕੁਝ ਕੁ ਪੀਸ ਦਾਖਾਂ ਦੇ ਹੋ ਗਏ 4-5, ਮਤਲਬ ਹਲਕਾ ਖਾਣਾ। ਇਹ ਨਾ ਹੋਵੇ ਵੀ ਤੁਸੀਂ ਵਜਨ ਗੇਨ ਕਰਨਾ ਤਾਂ ਢਿੱਡ ਭਰ ਕੇ ਖਾ ਲੈਣਾਗਾ, ਕਿਉਂਕਿ 2 ਘੰਟਿਆਂ ਬਾਅਦ ਤੁਹਾਨੂੰ ਫੇਰ ਭੁੱਖ ਲੱਗੇ, ਥੋੜਾ ਕਰਕੇ ਤੁਸੀਂ ਵੱਖੋ ਵੱਖਰੇ ਜਿਹੜੇ ਮੀਲ ਉਹ ਬਣਾਉਂਦੇ ਜਾਣਾਗਾ। ਅੱਛਾ, ਇੱਕ ਚੀਜ਼ ਹੋਰ ਆ, ਅਕਸਰ ਇਹ ਵੀ ਆਖ ਦਿੰਦੇ ਆ ਬਹੁਤ ਜਿਮ ਕੋਚ ਕੇ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਉਦੋਂ ਸਾਨੂੰ 100% ਨਹੀਂ, ਜਿੱਦਾਂ ਤੁਸੀਂ ਵੀ ਹੁਣ ਗੱਲ ਦੱਸੀ ਆ ਕਿ ਪੂਰਾ ਢਿੱਡ ਭਰ ਕੇ 100% ਨਹੀਂ, 70-80% ਤੱਕ ਸਾਨੂੰ ਖਾਣਾ ਖਾਣਾ ਚਾਹੀਦਾ, ਥੋੜੀ ਜਿਹੀ ਭੁੱਖ ਆਪਦੀ ਰੱਖਣੀ ਚਾਹੀਦੀ ਆ। ਬਾਈ ਇਹ ਕੀ ਕਨਸੈਪਟ ਹੁੰਦਾ? ਦੇਖੋ, ਸਿੰਪਲੀ ਹੈ ਜੀ, ਇਹ ਤਾਂ ਆਪਾਂ ਨੂੰ ਪਤਾ ਨਹੀਂ ਨਾ ਹੈ ਕਿ ਇਸ ਤੋਂ ਬਾਅਦ ਕੋਈ ਐਕਟੀਵਿਟੀ ਹੋਰ ਕਰਨੀ ਪੈ ਸਕਦੀ ਆ, ਕੋਈ ਕੰਮ ਜਾਣਾ ਪੈ ਸਕਦਾ, ਤਾਂ ਸਾਡੀ ਸਾਰੀ એનર્ਜੀ ਉਹ 100% ਖਾਣੇ ਨੂੰ ਜਿਹੜਾ ਹੈ ਡਾਈਜੈਸਟ ਕਰਨ ਤੇ ਲੱਗ ਜਾਂਦੀ ਆ। ਤੁਸੀਂ ਇਹ ਦੇਖ ਲਓ ਵੀ ਅਕਸਰ ਦੇਖਿਆ ਜਾਂਦਾ ਵੀ ਜ਼ਿਆਦਾ ਖਾਣ ਵਾਲੇ ਜਿਹੜੇ ਕੋਈ ਵੀ ਵਿਅਕਤੀ ਹੁੰਦੇ ਆ, ਜ਼ਿਆਦਾ ਸੁਸਤ ਰਹਿੰਦੇ ਆ ਉਹ। ਤਾਂ ਉਹਦੇ 'ਚ ਸਿੰਪਲੀ ਕੀ ਆ, ਜਿਵੇਂ ਤੁਸੀਂ ਕੋਈ ਰੱਜ ਕੇ ਖਾ ਲਿਆ, ਕਿੱਥੇ ਤੁਹਾਡੇ ਦਿਲ ਨੇ ਧੜਕਣਾ, ਦਿਮਾਗ ਨੇ ਕੰਮ ਕਰਨਾ, ਅੱਖਾਂ ਨੇ ਪਲਕਾਂ ਨੇ ਝਪਕਣਾ, ਉਧਰ ਵੀ એનર્ਜੀ ਚਾਹੀਦੀ ਆ। ਜਿਵੇਂ ਇੱਕ ਬਿਜਲੀ ਨੇ ਸਾਰੇ ਘਰ ਦੇ ਵਿੱਚ ਆਪਦਾ ਕੰਮ ਕਰਨਾ ਹੁੰਦਾ, ਤਾਂ ਉਹ ਸਾਰੀ એનર્ਜੀ ਜਿਹੜੀ ਆ ਇੱਕ ਪਾਸੇ, ਜਿਵੇਂ ਏਸੀ ਚੱਲਦੇ ਹੁੰਦੇ ਆ ਗਰਮੀਆਂ ਦੇ ਵਿੱਚ ਤਾਂ ਬਾਕੀ ਦੀਆਂ ਲਾਈਟਾਂ ਡਿਮ ਹੋਣ ਲੱਗ ਜਾਂਦੀਆਂ, ਆਮ ਤੌਰ ਤੇ ਪੱਖੇ ਸਲੋ ਹੋ ਜਾਂਦੇ ਆ। ਉਸੇ ਤਰ੍ਹਾਂ ਹੀ ਜਿਹੜਾ ਸਾਡਾ ਸਿਸਟਮ ਆਗਾ, ਇਹ ਸਾਰਾ ਖਾਣੇ ਨੂੰ ਹਜਮ ਕਰਨ ਤੇ ਲਾ ਦਿੰਦਾ ਤੇ ਸਾਡੀ ਐਕਟੀਵਿਟੀ ਆ ਉਹ ਸਲੋ ਹੋ ਜਾਂਦੀ ਆ। ਤੇ ਇਸੇ ਕਰਕੇ ਸਾਨੂੰ ਜਿਹੜਾ 70-80% ਤੱਕ ਹੀ ਖਾਣਾ ਚਾਹੀਦਾ, ਭਾਵੇਂ 60 ਤੱਕ ਖਾ ਲਓ। ਤੇ ਮਤਲਬ ਕੀ ਹੈ, ਸਾਰੀ એનર્ਜੀ ਨੂੰ ਤੁਸੀਂ ਆਪਦੇ ਹਾਜ਼ਮ ਕਰਨ ਤੇ ਨਹੀਂ ਲਾਉਣਾ, ਹੋਰ ਵੀ ਬਹੁਤੇ ਕੰਮ ਕਰਨੇ ਹੁੰਦੇ ਆ, ਸਾਹ ਵੀ ਲੈਣਾਗਾ ਤੇ ਦਿਲ ਨੇ ਵੀ ਧੜਕਣਾ, ਉਧਰ ਵੀ એનર્ਜੀ ਨੂੰ ਲੋੜ ਹੁੰਦੀ ਆ। ਅੱਛਾ, ਇੱਕ ਚੀਜ਼ ਹੋਰ ਆ ਬਾਈ, ਬਹੁਤੇ ਆਖ ਦਿੰਦੇ ਆ ਕਿ ਜਦੋਂ ਜਿੱਦਾਂ ਹੁਣ ਭਰਤੀਆਂ ਚੱਲਦੀਆਂ ਨੇ ਹਨਾ, ਸਰਕਾਰ ਜਾਂਦੀ ਵਿੱਚ ਭਰਤੀਆਂ ਚੱਲਦੀਆਂ ਨੇ ਬਹੁਤੇ, ਕਿਉਂਕਿ ਰੇਸ ਵੀ ਕੱਢਣੀ ਆ, 100 ਕੁਛ ਕਰਨਾ ਹੁੰਦਾ ਫਿਜ਼ੀਕਲ ਟੈਸਟ ਦੇ ਲਈ, ਤੇ ਜਿਹੜੇ ਬਹੁਤੇ ਪਤਲੇ ਉਹ ਕਦੇ ਨਾ ਕਦੇ ਭੱਜਣ ਤੋਂ ਗੁਰੇਜ਼ ਵੀ ਕਰਦੇ ਆ ਕਿ ਯਾਰ ਮੈਂ ਤਾਂ ਅੱਗੇ ਇੰਨਾ ਪਤਲਾ, ਜੇ ਕਿਤੇ ਹੋਰ ਭੱਜੂਗਾ ਤਾਂ ਮੈਂ ਕਿਤੇ ਹੋਰ ਨਾ ਪਤਲਾ ਹੋ ਜਾ। ਮੈਨੂੰ ਇੱਕ ਗੱਲ ਦੱਸਿਓ ਵੀ ਕਿੰਨਾ ਕੁ, ਜੇਕਰ ਚਾਹੇ ਆਪਾਂ ਈਵਨਿੰਗ ਵਾਕ ਦੀ ਗੱਲ ਕਰ ਲਈਏ, ਕਿੰਨਾ ਕੁ ਉਹਨਾਂ ਦੇ ਲਈ ਭੱਜਣਾ ਜਿਹੜਾ ਸਹੀ ਰਹਿੰਦਾ ਹੈਗਾ ਕਿ ਜਿਹਦੇ ਨਾਲ ਉਹਨਾਂ ਦੀ ਬੋਡੀ ਤੇ ਵੀ ਇਦਾਂ ਫਰਕ ਨਹੀਂ ਪੈਂਦਾ? ਦੇਖੋ ਜੀ, ਬੇਸਿਕਲੀ ਤਾਂ ਅਸੀਂ ਇੱਕ ਭੱਜਣ ਵਾਲੇ ਪ੍ਰਾਣੀ ਹੀ ਆ, ਜੰਗਲਾਂ 'ਚ ਰਹਿਣ ਵਾਲੇ ਆਦੀਵਾਸੀ ਹੀ ਆ, ਅਸੀਂ ਦਰਖਤਾਂ ਤੇ ਵੀ ਚੜ੍ਹਦੇ ਰਹੇ ਆ, ਭੱਜਦੇ ਵੀ ਰਹੇ ਆ। ਬਹੁਤੇ ਪਤਲੇ ਤਾਂ ਹੁੰਦੇ ਨਹੀਂ ਸੀ, ਥੋੜੇ ਮਸਲ ਤਾਂ ਸਾਡੇ ਪੁਰਖਿਆਂ ਦੇ ਹੈਗੇ ਹੀ ਸੀ। ਚਲੋ, ਉਹਨਾਂ ਦੀ ਖੁਰਾਕ ਜੋ ਕੁਦਰਤ ਨੇ ਬਖਸ਼ੀ ਆ ਖੁਰਾਕ, ਉਹ ਹੈਗੀ ਸੀ ਉਹਨਾਂ ਦੀ। ਦੂਜੀ ਗੱਲ ਇਹ ਹੈ ਜੀ, ਸਾਡੇ ਨੌਜਵਾਨਾਂ ਦੀ ਸਭ ਤੋਂ ਵੱਡੀ ਕਮੀ ਆ, ਭਾਵੇਂ ਕਬੱਡੀ ਪਲੇਅਰ ਹੋਣ, ਭਾਵੇਂ ਉਹ ਭਰਤੀ ਦੇਖਣ ਵਾਲੇ ਮੁੰਡੇ ਹੋਣ, ਉਹ ਮੌਕੇ ਤੇ ਆ ਕੇ ਕਰਦੇ ਆ ਸਾਰਾ ਕੁਝ। ਤੇ ਮੇਰੇ ਕੋਲੇ ਵੀ ਆਉਂਦੇ ਹੁੰਦੇ ਆ, ਬਾਈ 2 ਮਹੀਨੇ ਰਹਿ ਗਏ ਭਰਤੀ 'ਚ, ਵਜਨ ਵਧਾਉਣਾਗਾ ਤੇ ਰੇਸ ਵੀ ਕੱਢਣੀ ਆ, ਵੀ ਉੱਥੇ ਇਹ ਦੋਨੇ ਚੀਜ਼ਾਂ ਜਿਹੜੀਆਂ ਇਕੱਠੀਆਂ ਨਹੀਂ ਪੋਸੀਬਲ ਹੈਗੀਆਂ। ਜੇ ਤੁਸੀਂ ਇੱਕ ਮੌਕੇ ਤੇ ਕਹਿੰਦੇ ਹੋ ਵੀ ਦੋਨੋਂ ਕੰਮ ਕਰ ਲਓਗੇ, ਉਹ ਇਹ ਕਹਿ ਲਓ ਵੀ ਕੁਝ ਕੁ ਫੀਸਦੀ 1-2% ਬੰਦੇ ਹੀ ਕਰ ਸਕਦੇ ਆ, ਹਰ ਕੋਈ ਨਹੀਂ ਕਰ ਸਕਦਾ ਹੁੰਦਾ।
ਨੋ ਡਾਊਟ ਇਹਦੇ ਨਾਲ ਜਿਹੜਾ ਥੋੜਾ ਜਿਹਾ ਤੁਹਾਡੀ ਬਾਡੀ ਸਲੋ ਵੀ ਹੋ ਜਾਂਦੀ ਹੈ ਜਦੋਂ ਤੁਸੀਂ ਇੱਕਦਮ weight gain ਕਰਦੇ ਹੋ। ਤਾਂ ਮੇਰੀ ਸਾਰਿਆਂ ਨੂੰ ਜਿਹੜੀ ਸਲਾਹ ਉਹ ਇਹੀ ਹੈ ਵੀ ਮੰਨ ਲਓ ਜੇ ਤੁਸੀਂ ਅਗਲੇ ਸਾਲ ਇੱਕ ਤਾਂ ਏਮ ਆਪਣਾ ਨਿਰਧਾਰਿਤ ਕਰਕੇ ਚੱਲਣਾ ਪੈਣਾ, ਪੁਲਿਸ 'ਚ ਭਰਤੀ ਹੋਣਾ ਜਾਂ ਫੌਜ 'ਚ ਭਰਤੀ ਹੋਣਾ, ਪਹਿਲਾਂ ਆਪਦੇ weight ਨੂੰ ਤਾਂ ਉੱਥੋਂ ਤੱਕ ਲੈ ਕੇ ਆਓ ਨਾ ਜਿੰਨੀ ਰਿਕੁਆਇਰਮੈਂਟ ਹੈ, ਫਿਰ ਤੁਸੀਂ ਤਿਆਰੀ ਕਰੋ। ਵੱਧ ਤੋਂ ਵੱਧ ਹੱਦ 1.5 ਕਿਲੋ ਘਟੂਗਾ ਜੇ ਤੁਹਾਡੇ ਐਕਸਟਰਾ ਬਾਡੀ ਫੈਟ ਹੈਗੀ ਆ। ਰੈਗੂਲਰ ਡਾਈਟ ਖਾਓ, ਚੰਗੀ ਖੁਰਾਕ ਖਾਓ, ਬਿਲਕੁਲ ਵੀ ਨਹੀਂ ਕੋਈ ਇਸ ਤਰ੍ਹਾਂ ਦੀ ਦਿੱਕਤ ਆਉਂਦੀ। ਅਸੀਂ ਮੌਕੇ ਤੇ ਕਰਦੇ ਹਾਂ ਸਾਰਾ ਕੁਝ। 2 ਮਹੀਨੇ ਰਹਿ ਗਏ, ਮਹੀਨਾ ਰਹਿ ਗਿਆ ਬਾਈ, ਵਜਨ ਵਧਾਉਣਾਗਾ, 5 ਕਿਲੋ ਵਜਨ ਵਧਾਉਣ ਵਾਲਾ ਪਿਆ। 1 ਮਹੀਨੇ 'ਚ 5 ਕਿਲੋ ਵਜਨ ਵੀ ਵਧਾਉਣਾ ਤੇ ਰੇਸ ਵੀ ਕੱਢਣੀ ਆ, ਇਹ ਪੋਸੀਬਲ ਨਹੀਂ ਨਾ ਹੈਗਾ। ਅੱਛਾ, ਮੈਨੂੰ ਇੱਕ ਗੱਲ ਹੋਰ ਦੱਸਿਓ, ਹਾਈਟ ਦੇ ਹਿਸਾਬ ਨਾਲ ਜੇਕਰ ਕੋਈ 5 ਫੁੱਟ 5.5 ਫੁੱਟ ਦਾ ਜਾਂ ਪੌਣੇ 6 ਫੁੱਟ ਦਾ ਬੰਦਾ, ਹਾਂਜੀ, ਜੇਕਰ ਸਹੀ ਮੰਨੀਏ ਬਹੁਤਾ ਪਤਲਾ, ਕਿੰਨਾ ਵਜਨ ਜਿਹੜਾ ਸਹੀ ਤਰੀਕੇ ਨਾਲ ਉਹਦਾ ਹੋਣਾ ਚਾਹੀਦਾ ਆ? ਸਾਰਿਆਂ ਤੋਂ ਵਧੀਆ ਪੈਮਾਨਾ ਜੀ ਜਿਹੜਾ ਸਭ ਤੋਂ ਵੱਧ ਕਾਰਗਰ ਵੀ ਸਾਬਤ ਹੋਇਆ ਉਹ ਹੈ 1 ਇੰਚ ਦਾ 1 ਕਿਲੋਗ੍ਰਾਮ। 5 ਫੁੱਟ 7 ਇੰਚ ਦਾ ਜੇ ਕੋਈ ਲੜਕਾ ਹੈ ਤਾਂ ਦੇਖ ਲਓ ਵੀ 67 ਇੰਚ ਉਹਦੀ ਹਾਈਟ ਬਣ ਗਈ ਤਾਂ 67-68 ਕਿਲੋ 65 ਤੋਂ ਲੈ ਕੇ 70 ਕਿਲੋ ਦੇ ਵਿੱਚ ਉਹਦਾ ਵਜਨ ਹੋਣਾ ਚਾਹੀਦਾ। ਉਹ ਡਿਪੈਂਡ ਕਰਦਾਗਾ, ਕਈ ਹੁਣ ਵਿਅਕਤੀਆਂ ਦੇ ਮਸਲ ਮਾਸ ਬਿਲਕੁਲ ਵੀ ਨਹੀਂ ਹੁੰਦਾ ਤਾਂ ਇਕੱਲਾ ਢਿੱਡ ਹੀ ਹੁੰਦਾਗਾ। ਜਿਵੇਂ ਇੱਕ 90 ਕਿਲੋ ਦਾ ਬੰਦਾ ਬੋਡੀ ਬਿਲਡਰ ਵੀ ਹੋ ਸਕਦਾਗਾ, ਉਹਦੇ ਮਸਲਾਂ ਦੇ ਵਿੱਚ ਵੀ weight ਹੋ ਸਕਦਾ। ਤੇ ਮੈਜੋਰਿਟੀ ਦੇ ਵਿੱਚ 90 ਕਿਲੋ ਜਦੋਂ ਕਿਸੇ ਨੂੰ ਕਹਿ ਦਿੰਦੇ ਆ ਵਜਨ ਬਹੁਤ ਜ਼ਿਆਦਾ ਆ ਤਾਂ ਉਹ ਲੋਕਾਂ ਦੇ ਮਨ 'ਚ ਇਹੀ ਧਾਰਨਾ ਆਉਂਦੀ ਆ ਵੀ ਉਹਦਾ ਢਿੱਡ ਬਹੁਤ ਵੱਡਾ ਹੋਣਾਗਾ। ਡਿਪੈਂਡ ਕਰਦਾਗਾ ਵੀ ਤੁਹਾਡਾ ਮਸਲ ਕਿੰਨਾ ਗਾ। ਤੇ ਸਿੰਪਲੀ ਆਪਣਾ ਪੈਮਾਨਾ ਹੁੰਦਾ ਹੀ ਆ ਵੀ ਢਿੱਡ ਬਾਹਰ ਨਾ ਦਿਖਦਾ ਹੋਵੇ ਤੇ 1 ਇੰਚ ਦਾ 1 ਕਿਲੋ ਵਾਲਾ ਪੈਮਾਨਾ ਸਭ ਤੋਂ ਵਧੀਆ ਮੰਨਿਆ ਜਾਂਦਾ। ਅੱਛਾ, ਇੱਕ ਚੀਜ਼ ਹੋਰ ਦੱਸਿਓ ਵੀ ਕਿੰਨੇ ਸਮੇਂ ਦੇ ਵਿੱਚ, ਜੇਕਰ ਆਪਾਂ ਨੈਚੁਰਲੀ ਗੱਲ ਕਰੀਏ ਬਾਈ ਜੀ, ਵਜਨ ਵਧਾਉਣਾ ਚਾਹੁੰਦਾ ਆ ਕੋਈ, ਜਿੱਦਾਂ ਤੁਸੀਂ ਦੱਸਿਆ ਕਿ ਭਾਈ 1 ਮਹੀਨੇ ਦੇ ਵਿੱਚ ਬਹੁਤੇ ਆ ਜਾਂਦੇ 5-5 ਕਿਲੋ ਬਾਈ ਵਧਾ ਦਿਓ, ਰੇਸ ਵੀ ਮੈਂ ਕੱਢ ਲਾਂ, ਨੈਚੁਰਲੀ ਤੌਰ ਤੇ ਨੈਚੁਰਲ ਡਾਈਟ ਦੇ ਨਾਲ 1 ਮਹੀਨੇ ਦੇ ਵਿੱਚ ਬੰਦਾ ਕਿੰਨਾ ਕਿਲੋ ਵਜ਼ਨ ਜਿਹੜਾ ਆ ਉਹ ਅਪ ਕਰ ਸਕਦਾ ਆ? ਦੇਖੋ ਮੇਰੇ ਜਿਮ ਦੇ ਵਿੱਚ ਜੇ ਦੇਖੀਏ 125-150 ਦੇ ਆਸ-ਪਾਸ ਮੁੰਡੇ ਆਉਂਦੇ ਆ ਬਿਗਨਰ, ਜੇ ਆਪਾਂ ਗੱਲ ਕਰੀਏ ਤਾਂ ਐਵਰੇਜ ਬਿਨਾਂ ਕਿਸੇ ਸਪਲੀਮੈਂਟ ਤੋਂ 4-5 ਕਿਲੋ ਉਹਨਾਂ ਦਾ 1 ਮਹੀਨੇ ਦਾ ਵੱਧ ਜਾਂਦਾ। ਪਰ ਉਹੀ ਗੱਲ ਆ ਜਾਂਦੀ ਹੈ, ਡਿਪੈਂਡ ਕਰਦਾ, ਹਰ ਇੱਕ ਨੂੰ ਰਿਜ਼ਲਟ ਇੱਕੋ ਜਿਹੇ ਨਹੀਂ ਆਉਂਦੇ ਹੁੰਦੇ। ਤੇ ਦੂਜੀ ਗੱਲ ਹੈਗੀ ਆ ਜਿਹੜੀ ਵੀ ਕਿਹੋ ਜਿਹੀ ਉਹ ਡਾਈਟ ਲੈਂਦਾਗਾ ਜਾਂ ਕਿਸ ਤਰ੍ਹਾਂ ਦੇ ਮਾਹੌਲ 'ਚ ਰਹਿੰਦਾ, ਕਿਹੋ ਜਿਹਾ ਕੰਮ ਕਰਦਾ। ਜੇ ਫਿਜ਼ੀਕਲ ਜ਼ਿਆਦਾ ਵਰਕਆਊਟ ਕਰਦਾ ਤਾਂ ਉੱਥੇ ਰੈਸਟ ਦੀ ਉਹਨੂੰ ਲੋੜ ਹੁੰਦੀ ਆ ਮਸਲ ਨੂੰ ਬਿਲਡ ਅਪ ਹੋਣ ਦੇ ਲਈ। 7 ਘੰਟਿਆਂ ਦੀ ਨੀਂਦ ਵੀ ਜ਼ਰੂਰੀ ਆ ਤੇ ਇਹ ਕਾਫੀ ਫੈਕਟਰ ਆ ਜਾਂਦੇ ਆ। ਐਵਰੇਜ 4-5 ਕਿਲੋ ਮਹੀਨੇ ਦਾ ਵੱਧ ਜਾਂਦਾ। ਬਟ ਜੇਕਰ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਸਾਲ ਦਾ 4-5 ਕਿਲੋ ਜਿਹੜਾ ਹੈ ਉਹ ਮੰਨਿਆ ਜਾਂਦਾ। ਹਾਂ, ਮਸਲ ਬਿਲਡ, ਉਹ ਜਿਹੜਾ ਮਤਲਬ ਜਦੋਂ ਇੱਕ ਵਾਰੀ ਬਾਡੀ ਗਰੋ ਕਰਨੋਂ ਤੁਹਾਡੀ ਰੁਕ ਗਈ ਕਿਉਂਕਿ ਉਹ ਐਡਵਾਂਸ ਲੈਵਲ ਦੀਆਂ ਗੱਲਾਂ ਹੋ ਜਾਂਦੀਆਂ ਫਿਰ। ਅੱਛਾ, ਹੁਣ ਇੱਕ ਹੋਰ ਦੱਸਿਓ, ਤੁਸੀਂ ਬਾਡੀ ਬਿਲਡਿੰਗ ਦੀ ਗੱਲ ਕੀਤੀ ਆ, ਮਸਲ ਬਿਲਡਿੰਗ ਦੀ ਗੱਲ ਕੀਤੀ ਆ, ਹੁਣ ਜਿਹੜੇ ਜਿਮ ਦੇ ਵਿੱਚ ਨੌਜਵਾਨ ਜਾਂਦੇ ਆ, ਪਹਿਲਾਂ ਤਾਂ ਇਹ ਦੱਸਿਓ ਕਿ ਸਾਲ ਜਿਮ ਲਾ ਲੈਂਦੇ ਆ, ਸਾਲ ਤੋਂ ਬਾਅਦ ਰਿਜ਼ਲਟ ਨਹੀਂ ਮਿਲਦਾ ਤਾਂ ਫਿਰ ਕੋਸੇ ਜਿਹੇ ਹੋ ਕੇ ਘਰੇ ਪੈ ਜਾਂਦੇ ਆ ਕਿ ਯਾਰ ਗੱਲ ਬਣੀ ਨਹੀਂ, ਪਤਾ ਨਹੀਂ ਕੀ ਚੱਕਰ ਆ, ਪਤਾ ਨਹੀਂ ਤਾਂ ਸਾਡੇ ਵਾਲਾ ਕੋਚ ਲਵਾਉਂਦਾ ਹੀ ਚੱਜ ਨਾਲ ਹੈ ਨਹੀਂ, ਪਤਾ ਨਹੀਂ ਕੀ ਚੱਕਰ ਆ। ਤੇ ਇਹ ਗੱਲ ਹੁੰਦੀ ਕੀ ਆ, ਜਿਹੜਾ ਸਾਲ ਜਿਮ ਲਾਉਂਦਾ ਉਸ ਤੋਂ ਬਾਅਦ ਬਣਦਾ ਕੁਝ ਹੈ ਨਹੀਂ, ਫਿਰ ਥੱਕ ਹਾਰ ਕੇ ਬਹਿ ਜਾਂਦਾ? ਦੇਖੋ ਕਾਫੀ ਹੱਦ ਤੱਕ ਨਾ ਇਹਨਾਂ ਗੱਲਾਂ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਤਾਂ ਦੇਖੋ ਇਹੀ ਹੈ ਜਿਮ ਦੇ ਵਿੱਚ ਮੈਂ ਦੇਖਿਆ, ਕਿਉਂਕਿ ਫਿਰ ਇਹ ਹੋ ਜਾਂਦਾ ਨਾ ਵੀ ਕਿਤੇ ਸਾਨੂੰ ਟਾਲ ਰਿਹਾ ਜੀ ਕਿਸੇ ਨੂੰ ਸਹੀ ਸਲਾਹ ਦਿੰਦੇ ਆ। ਸਿੰਪਲੀ ਇੱਕ ਰਿਸਰਚ ਦੇ ਅਕੋਰਡਿੰਗ ਕਾਫੀ ਮਾਹਰਾਂ ਦਾ ਇਹ ਮੰਨਣਾ ਕਿ 1 ਘੰਟੇ ਤੋਂ ਬਾਅਦ ਇੱਕ ਆਮ ਇਨਸਾਨ ਦਾ ਜਿਹੜਾ ਕੋਈ ਸਟੈਰੋਇਡ ਵਗੈਰਾ ਨਹੀਂ ਯੂਜ਼ ਕਰ ਰਿਹਾ, 1 ਘੰਟੇ ਤੋਂ ਬਾਅਦ ਉਹਦਾ ਨੈਚੁਰਲ ਟੈਸਟੋਸਟੀਰੋਨ ਦਾ ਲੈਵਲ ਆ ਜਿਹੜਾ, ਜੇ ਲਗਾਤਾਰ 1 ਘੰਟਾ ਐਕਸਰਸਾਈਜ਼ ਕਰ ਰਿਹਾ ਤਾਂ ਉਹ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਂਦਾ, ਮਤਲਬ ਡ੍ਰੌਪ ਹੋਣਾ ਸ਼ੁਰੂ ਹੋ ਜਾਂਦਾ। ਤਾਂ ਸਾਰਿਆਂ ਤੋਂ ਵਧੀਆ ਗੱਲ ਇਹ ਆ ਵੀ 45 ਤੋਂ 50 ਮਿੰਟਾਂ ਦੇ ਵਿੱਚ ਆਪਦਾ ਵਰਕਆਊਟ ਕੰਪਲੀਟ ਕਰ ਦੇਵੇ ਬੰਦਾ। ਤੇ ਕਿਹੜੇ ਮਸਲ ਉਹਨੇ ਟਾਰਗੇਟ ਕੀਤੇ ਆ, ਅਗਲੇ ਦਿਨ ਜਾਂ ਤੀਜੇ ਦਿਨ ਉਸੇ ਮਸਲ ਦੇ ਵਿੱਚ ਦਰਦ ਹੋ ਰਿਹਾ, ਸੋਰਨੈਸ ਆ ਰਹੀ ਹੈ, ਤਾਂ ਇਹ ਕਾਫੀ ਗੱਲਾਂ ਜਿਹੜੀਆਂ ਮਾਇਨੇ ਰੱਖਦੀਆਂ ਨਿੱਕੀਆਂ। ਤੇ ਹੁਣ ਇੱਥੇ ਕੀ ਪ੍ਰੋਬਲਮ ਆ ਜਾਂਦੀ ਆ, ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਦੀ, ਭਾਵੇਂ ਕੋਈ ਵੀ ਆ, ਭਾਵੇਂ ਭਾਰਤੀ ਆ, ਪਾਕਿਸਤਾਨੀ ਆ, ਅਮਰੀਕਾ ਦਾ, ਤੇ ਉਹਦੀ ਇੰਟਰਵਿਊ ਦੇਖ ਕੇ ਨਾ ਇਹ ਕਹਿ ਦਿੰਦੇ ਆ ਵੀ 2 ਘੰਟੇ ਮੈਂ ਸਵੇਰੇ ਐਕਸਰਸਾਈਜ਼ ਕਰਦਾ, 2 ਘੰਟੇ ਸ਼ਾਮ ਨੂੰ। ਸਾਰਿਆਂ ਤੋਂ ਪਹਿਲਾਂ ਤਾਂ ਜੀ ਇੱਕ ਆਮ ਪਰਿਵਾਰ ਦੇ ਜਿਹੜਾ ਹੈ ਸਾਰੇ ਦਿਨ ਦਾ ਖਰਚਾ, ਸਾਰੇ ਮਹੀਨੇ ਦਾ ਖਰਚਾ ਓਨਾ ਨਹੀਂ ਹੁੰਦਾ, ਉਹਦੇ ਨਾਲੋਂ ਦੁੱਗਣਾ ਖਰਚਾ ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਦੇ ਜਿਹੜਾ ਹੈ ਡਾਈਟ 'ਤੇ ਆ ਜਾਂਦਾ ਗਾ। ਤੇ ਇਸ ਕਰਕੇ ਜਿਹੜਾ ਹੈ ਮਤਲਬ ਉਹ 2-2 ਘੰਟੇ ਭਾਵੇਂ ਲਾਈ ਜਾਣ, ਬਾਕੀ ਹੋਰ ਗੱਲਾਂ ਆ ਜਾਂਦੀਆਂ, ਡਾਰਕ ਸਾਈਡ ਆ ਜਿਹੜੀ ਸਟੈਰੋਇਡ ਵਗੈਰਾ ਜਾਂ ਸਪਲੀਮੈਂਟ ਵਗੈਰਾ ਇੰਨਾ ਖਰਚਾ ਕਰਦੇ ਆ, ਉਹਨਾਂ ਦੀ ਰਿਕਵਰੀ ਹੋ ਜਾਂਦੀ ਆ। ਤਾਂ ਇੱਕ ਮਿਡਲ ਕਲਾਸ ਦਾ ਬੰਦਾ, ਜਦੋਂ ਜਵਾਕ ਕੋਈ ਵੀ ਕਹਿ ਲਓ
ਆਪਣਾ 2-2 ਘੰਟੇ ਵਰਕਆਊਟ ਕਰਦਾ ਤੇ ਜਾ ਕੇ ਘਰੇ ਉਹਨੇ ਸੁੱਕੀਆਂ ਰੋਟੀਆਂ ਖਾਣੀਆਂ, ਉਹ ਵੀ ਪਤਾ ਨਹੀਂ ਕੱਦੂ ਦੀ ਸਬਜ਼ੀ ਮਿਲਦੀ ਹੈ ਜਾਂ ਕੀ ਹੁੰਦਾ, ਤਾਂ ਫਿਰ ਉੱਥੇ ਗਰੋਥ ਪੋਸੀਬਲ ਨਹੀਂ ਹੁੰਦੀ। ਅੱਛਾ, ਫਿਰ ਇੱਕ ਚੀਜ਼ ਗੱਲ ਦੱਸਿਓ ਵੀ ਸਟੀਰੋਇਡ ਦੀ ਤੁਸੀਂ ਗੱਲ ਕੀਤੀ ਆ, ਡੱਬਿਆਂ ਦੀ ਤੁਸੀਂ ਗੱਲ ਕੀਤੀ ਆ। ਹਾਂਜੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜੇ ਜਿਮ ਦੇ ਵਿੱਚ ਚਲੇ ਜਾਂਦੇ ਆ ਤਾਂ ਬਹੁਤੇ ਕੋਚ ਤਾਂ ਇਹ ਕਹਿੰਦੇ ਆ ਕਿ ਭਾਈ ਜੇ ਬੋਡੀ ਬਣਾਉਣੀ ਆ 2-3 ਦਿਨ ਉਹਨੇ ਹਜੇ ਜਿਮ ਲਾਈ ਹੁੰਦੀ ਆ, ਚੌਥੇ ਦਿਨ ਉਹਦੇ ਹੱਥ ਦੇ ਵਿੱਚ ਡੱਬੇ ਫੜਾ ਦਿੱਤੇ ਜਾਂਦੇ ਆ ਕਿ ਲਓ ਜੀ ਚੱਕੋ ਜੀ, ਪਤਲੇ ਬਹੁਤੋਂ ਬੋਡੀ ਤਾਂ ਇਹਦੇ ਨਾਲ ਹੀ ਬਣੂਗੀ। ਕਿੰਨਾ ਕੁ ਸਹੀ ਆ? ਸਹੀ ਤਾਂ ਦੇਖੋ ਸੱਚ ਤਾਂ ਇਹ ਗੱਲ ਹੈਗੀ ਹੈ ਕਿ ਇਸ ਤਰ੍ਹਾਂ ਹੁੰਦਾ ਹੈ। ਦੇਖੋ ਅੱਜ ਤੱਕ ਮੈਂ ਜਿੰਨੇ ਕੁ ਵੀ ਆਪਦੇ ਕਲਾਇੰਟਸ ਨੇ ਜਿੰਨਿਆਂ ਕੁ ਨੂੰ ਡਾਈਟ ਪਲਾਨ ਦਿੱਤਾ ਹੈਗਾ, ਮੈਂ ਕਿਸੇ ਵੀ ਬੰਦੇ ਨੂੰ, ਮੈਂ ਦੇਣਦਾਰ ਹੂੰ ਇਸ ਗੱਲ ਦਾ, ਕਿਸੇ ਨੂੰ ਸਪਲੀਮੈਂਟ ਨਹੀਂ ਰეკਮੈਂਡ ਕਰਦਾ। ਮੇਰੇ ਕੋਲੇ ਪਏ ਵੀ ਹੁੰਦੇ ਆ, ਮੇਰੇ ਆਫਿਸ ਦੇ ਵਿੱਚ ਵਾਧੂ ਪਏ ਹੁੰਦੇ ਆ, ਤੇ ਉਹ ਇਹ ਹੁੰਦਾ ਵੀ ਕਿਤੋਂ ਹੋਰ ਲੈਣਗੇ ਮੈਥੋਂ ਲੈ ਲੈਣਗੇ, ਹੈ ਨਾ। ਆਪਾਂ ਰੇਟ ਵੀ ਉਹੋ ਜਿਹੇ ਰੱਖਿਆ ਵੀ ਮਿਡਲ ਕਲਾਸ ਦਾ ਜਿਹੜਾ ਬੰਦਾ ਹੋਊਗਾ ਉਹਨੂੰ ਲੈਣਾ ਕੋਈ ਔਖਾ ਨਾ ਲੱਗੇ। ਦੂਜੀ ਗੱਲ ਇਹ ਹੈ ਵੀ ਹਰ ਇੱਕ ਨੂੰ ਇਹ ਹੁੰਦਾ ਵੀ ਜਿਹੜਾ ਆ ਗਿਆ ਚੱਲ ਕੇ ਇਹਦੀ ਜੇਬ ਤੇ ਡਾਕਾ ਮਾਰੋ, ਅਗਲਾ ਪਤਾ ਨਹੀਂ ਕਦੋਂ ਆਊਗਾ, ਪਤਾ ਨਹੀਂ ਆਊ ਪਤਾ ਨਹੀਂ ਨਾ ਆਊ। ਤਾਂ ਮੇਰੀ ਉਹਨਾਂ ਨੂੰ ਸਲਾਹ ਇਹ ਸਾਰੇ ਵੀਰਾਂ ਨੂੰ ਵੀ ਆਉਂਦੇ ਆ ਅੱਗੇ ਦੀ ਅੱਗੇ ਬਹੁਤ ਬੰਦੇ ਚੱਲ ਕੇ ਆਉਂਦੇ ਹੁੰਦੇ ਆ, ਤੇ ਜੇ ਤੁਸੀਂ ਹਿਸਾਬ ਨਾਲ ਰੱਖੋਗੇ ਬਿਨਾਂ ਗੱਲੋਂ ਕਾਫੀ ਸਾਰੇ ਹੁਣ ਸਪਲੀਮੈਂਟ ਇਹੋ ਜਿਹੇ ਹੁੰਦੇ ਨੇ, ਜਿਵੇਂ ਸਿੰਪਲੀ ਮੈਂ ਕਹਿ ਹੀ ਦਿੰਦਾ, ਜੇ ਕੋਈ ਜਿਮ ਜਾਣ ਵਾਲਾ ਦੇਖ ਰਿਹਾ ਹੋਣਾ, ਜਿਵੇਂ ਬਿਗਨਰ ਆ ਕੋਈ ਵੀ, ਪ੍ਰੀ ਵਰਕਆਊਟ ਸਪਲੀਮੈਂਟ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਉਹਨੂੰ। ਪ੍ਰੀ ਵਰਕਆਊਟ ਸਪਲੀਮੈਂਟ ਜਿਹਦੇ ਵਿੱਚ ਕੈਫੀਨ, ਸਿਟਰੁਲਿਨ ਵਗੈਰਾ ਕਾਫੀ ਕੁਛ ਹੁੰਦਾ, ਵੀਟਾਲਾਨਾਈਨ, ਨਾਇਸਿਨ ਵਗੈਰਾ ਕਾਫੀ ਚੀਜ਼ਾਂ, ਲਾਰਜਿਨਿਨ, ਕ੍ਰੇਟਿਨ ਵੀ ਪਾਇਆ ਪਿਆ ਹੁੰਦਾ। ਉਹ ਇੱਕ ਬੱਚਾ ਚੱਲ ਕੇ ਆ ਰਿਹਾ, ਉਹਨੂੰ ਕਿਉਂ ਇੱਕ ਨਸ਼ੇ ਤੇ ਲਾ ਰਹੇ ਹੋ ਤੁਸੀਂ? ਪ੍ਰੀ ਵਰਕਆਊਟ ਦਾ ਮਤਲਬ ਹੁੰਦਾ ਵੀ 20-25 ਮਿੰਟਾਂ ਦੇ ਵਿੱਚ ਉਹਨੂੰ ਇੰਸਟੈਂਟ ਐਨਰਜੀ ਦੇਣਾ। ਤਾਂ ਜਿੱਦਾਂ ਉਹਨੇ ਨਹੀਂ ਪੀਤਾ ਉਦੋਂ ਐਕਸਰਸਾਈਜ਼ ਨਹੀਂ ਲੱਗਣੀ। ਉਹਦਾ ਸਿਵਾਏ ਜਿਹੜਾ 2 ਰੁਪਈਆਂ ਦੀ ਇੱਕ ਪੁੜੀ ਆਉਂਦੀ ਆ ਕੌਫੀ ਦੀ, ਉਹ ਗਰਮ ਪਾਣੀ 'ਚ ਘੋਲ ਕੇ ਪੀ ਲਓ, ਉਹਦੇ ਨਾਲ ਵੀ ਉਹੀ ਹੋ ਜਾਂਦੀ ਹੈ। ਮੈਂ ਕਿੰਨੇ ਸਾਲਾਂ ਤੋਂ ਆ, ਹੁਣ ਚਲੋ ਪਿੱਛੇ 2-3 ਸਾਲ ਵਰਕਆਊਟ ਬੰਦ ਰਿਹਾ, ਹੁਣ ਦੁਬਾਰਾ ਸ਼ੁਰੂ ਕੀਤਾ। ਮੈਂ ਸੁਬਾਹ 5 ਵਜੇ ਉੱਠ ਕੇ ਲਾਉਣਾ, ਥੋੜ੍ਹਾ ਜਿਹਾ ਕੁਛ ਖਾ ਕੇ, ਕੱਲਾ ਕੌਫੀ ਦੇ 1 ਕੱਪ ਨਾਲ ਸੈੱਟ ਹੋ ਜਾਂਦਾ ਸਾਰਾ ਕੰਮ, ਵਧੀਆ ਐਨਰਜੀ ਆ ਜਾਂਦੀ ਆ। ਫਿਰ ਜਿਵੇਂ BCAA ਕਹਿ ਦਿੰਦੇ ਆ, ਉਹਦੀ ਕੋਈ ਜ਼ਰੂਰਤ ਨਹੀਂ ਹੈ। ਜਿਹੜਾ ਤੁਸੀਂ ਜੇ ਮੰਨ ਲਓ ਵੇ ਪ੍ਰੋਟੀਨ ਲੈ ਰਹੇ ਹੋ ਇੱਕ ਸਪਲੀਮੈਂਟ, ਉਹਦੇ ਉੱਤੇ ਕਿਤੇ ਧਿਆਨ ਨਾਲ ਪੜ੍ਹ ਲਿਓ, ਇੰਨੇ ਕੁ ਤਾਂ ਪੜ੍ਹੇ ਵੀ ਹੁੰਦੀ ਆ ਸਾਰੇ। BCAA ਲਿਖਿਆ ਵਾ ਹੁੰਦਾ, ਉਹਦੇ ਵਿੱਚ ਆਲਰੇਡੀ ਹੁੰਦਾ। ਗਲੂਟਾਮੀਨ ਆ, ਉਹ ਵੀ ਉਹਦੇ 'ਚ ਆਲਰੇਡੀ ਹੁੰਦਾ। ਤਾਂ ਇਹਨਾਂ ਚੀਜ਼ਾਂ ਨੂੰ ਦੇ ਕੇ ਕਿਸੇ ਦਾ ਮਤਲਬ ਮਾਂ ਪਿਓ ਦੀ ਜੇਬ ਤੇ ਜਿਹੜਾ ਡਾਕਾ ਨਹੀਂ ਮਾਰਨਾ ਚਾਹੀਦਾ, ਬਿਲਕੁਲ ਗਲਤ ਆ। ਕਿਉਂਕਿ ਤੁਸੀਂ ਇਹੀ ਲਾ ਲਓ ਵੀ ਜੇ ਮੰਨ ਲਓ ਸਾਰੀਆਂ ਚੀਜ਼ਾਂ, ਜਿਵੇਂ 4 ਚੀਜ਼ਾਂ ਮੈਂ ਗਿਣਾਈਆਂ, ਤੇ ਚਾਰੇ ਚੀਜ਼ਾਂ ਦਾ ਤੁਸੀਂ ਟੋਟਲ ਕਰ ਲਓ ਤਾਂ 8 ਤੋਂ 10,000 ਰੁਪਏ ਦਾ ਉਹ ਬਣ ਜਾਂਦਾ। ਤੇ ਜੇ ਇੱਕ ਮਾਂ ਪਿਓ ਇਕੱਲੇ ਸਪਲੀਮੈਂਟ ਦਾ 8 ਤੋਂ 10,000 ਆਪਦੇ ਬੱਚੇ ਤੇ ਲਾਊਗਾ, ਤਾਂ ਮੈਂ ਨਹੀਂ ਸਮਝਦਾ ਵੀ ਲੰਮਾ ਟਾਈਮ ਚੱਲੂ ਇਹ ਕੰਮ। ਫਿਰ ਉਹ ਥੱਕ ਹਾਰ ਕੇ ਘਰੇ ਬੈਠ ਜਾਂਦੇ ਹੈਗੇ। ਬਾਈ ਤੁਸੀਂ ਪ੍ਰੀ ਵਰਕਆਊਟ ਦੀ ਗੱਲ ਕਰੀ ਆ, ਬਹੁਤਿਆਂ ਨੂੰ ਤਾਂ ਪੋਸਟ ਵਰਕਆਊਟ ਵੀ ਦੇ ਦਿੱਤਾ ਜਾਂਦਾ ਕਿ ਭਾਈ ਪਹਿਲਾਂ ਆਹ ਡੱਬਾ ਪੀਣਾ, ਉਸ ਤੋਂ ਬਾਅਦ ਫਿਰ ਪ੍ਰੋਟੀਨ ਹੋ ਗਿਆ, ਫਿਰ ਤੁਸੀਂ ਆਹ ਡੱਬਾ ਪੀਣਾ। ਪੋਸਟ ਵਰਕਆਊਟ ਜਿਹੜਾ ਮੈਂ ਚਲੋ ਬਿਗਨਰ ਦੀ ਗੱਲ ਕਰਦਾ, ਜਿਹੜਾ ਹਜੇ ਜਿਮ ਜਾਣ ਲੱਗਿਆ, ਪ੍ਰੀ ਵਰਕਆਊਟ ਤੁਸੀਂ ਕਹਤਾ ਉਹਨੂੰ ਜ਼ਰੂਰਤ ਹੈ ਨਹੀਂ, PCCA ਦੀ ਤੁਸੀਂ ਕਹਤਾ ਜ਼ਰੂਰਤ ਹੈ ਨਹੀਂ, ਗਲੂਟਾਮਾਈਨ ਦੀ ਤੁਸੀਂ ਕਹਤਾ ਜ਼ਰੂਰਤ ਹੈ ਨਹੀਂ। ਪੋਸਟ ਵਰਕਆਊਟ ਦੀ ਜੇ ਮੈਂ ਗੱਲ ਕਰਾਂ ਤਾਂ ਨਹੀਂ, ਪੋਸਟ ਵਰਕਆਊਟ ਨਵੀਆਂ ਚੀਜ਼ਾਂ ਕਾਫੀ ਆਈ ਜਾਂਦੀਆਂ, ਜਿਵੇਂ ਗਲੂਟਾਮੀਨ ਹੋ ਗਿਆ, ਕ੍ਰੇਟਿਨ ਹੋ ਗਿਆ, ਉਹਦੇ ਵਿੱਚ ਇਹ ਪਾ ਦਿੱਤਾ ਜਾਂਦਾ। ਪੋਸਟ ਵਰਕਆਊਟ ਵੈਸੇ ਵੇ ਪ੍ਰੋਟੀਨ ਆ, ਇਹਦੇ ਨਾਲ ਕਾਫੀ ਚੀਜ਼ਾਂ ਐਡ ਆਨ ਕੀਤੀਆਂ ਜਾਂਦੀਆਂ। ਤੇ ਵੀ ਮਤਲਬ ਕੀ ਹੈਗਾ ਵੀ ਕਿਵੇਂ ਨਾ ਕਿਵੇਂ ਸਾਹਮਣੇ ਵਾਲੇ ਦੀ ਜੇਬ 'ਚੋਂ ਪੈਸਾ ਕਢਵਾਉਣਾ ਹੈਗਾ, ਇਹੀ ਹੈ ਸਾਰਿਆਂ ਦਾ ਮਕਸਦ, ਇਹ ਬਣ ਚੁੱਕਿਆ ਹੈਗਾ। ਤੇ ਜਦੋਂ ਕਿ ਇਹ ਸਾਰੀਆਂ ਚੀਜ਼ਾਂ ਦਾ ਆਪਣੇ ਇੱਕ ਵੱਖਰੇ ਰੂਪ ਦੇ ਵਿੱਚ ਕਹਿ ਲਓ ਫਾਇਦਾ ਹੈਗਾ, ਉਹ ਟਾਈਮ ਆਉਂਦਾ ਹੁੰਦਾ। ਜਿੰਨਾ ਚਿਰ ਤੁਸੀਂ ਘਰੇਲੂ ਖੁਰਾਕ ਖਾ ਕੇ ਆਪਦੇ ਸਰੀਰ ਤੇ ਐਕਸਪੈਰੀਮੈਂਟ ਹੀ ਨਹੀਂ ਕਰਕੇ ਦੇਖਿਆ, ਉਹਨਾਂ ਚਿਰ ਫਾਇਦਾ ਕੀ ਇਹਨਾਂ ਚੀਜ਼ਾਂ ਨੂੰ ਵਰਤ ਕੇ। ਦੇਖੋ ਸਿੰਪਲ ਗੱਲ ਹੈ, ਜੇ ਤੁਸੀਂ ਫਿਟਨੈਸ ਰੱਖਣੀ ਹੈ ਇਕੱਲੀ, ਤਾਂ ਆਪਦੀ ਘਰੇਲੂ ਖੁਰਾਕ ਲੰਮਾ ਟਾਈਮ ਤੁਸੀਂ ਖਾਂਦੇ ਰਹੋ, ਠੀਕ ਹੈ। ਤੇ ਜਦੋਂ ਉਹਦੇ ਨਾਲ ਰਿਜ਼ਲਟ ਆਉਣੋਂ ਹਟ ਗਿਆ, ਫਿਰ ਵੇ ਪ੍ਰੋਟੀਨ ਵੱਲੀ ਜਾਓ, ਫਿਰ ਉਦੋਂ ਬਾਅਦ ਇਹ ਚੀਜ਼ਾਂ ਆਉਣਗੀਆਂ ਬਾਕੀ ਦੀਆਂ ਜਿਹੜੀਆਂ ਹੈ। ਤੇ ਫਿਰ ਉਦੋਂ ਬਾਅਦ ਜੇ ਪ੍ਰੋਫੈਸ਼ਨਲ ਬਾਡੀ ਬਿਲਡਿੰਗ 'ਚ ਜਾਣਾ, ਉਹਦੇ ਲਈ ਤਾਂ ਉਹਦਾ ਤਾਂ ਕੋਈ ਅੰਤ ਹੀ ਹੈ ਨਹੀਂਗਾ ਮਤਲਬ। ਤਾਂ ਸਾਰਾ ਕੁਛ ਹੀ ਹੈ ਜੀ। ਦੇਖੋ ਮਤਲਬ ਜੇਬ ਤੇ ਡਾਕਾ ਮਾਰਨਾ ਜਿਹੜਾ ਸਾਡੇ ਬੰਦਿਆਂ ਦਾ, ਭਾਵੇਂ ਮੈਂ ਵੀ ਉਸੇ ਪ੍ਰੋਫੈਸ਼ਨ 'ਚ ਹੀ ਆਉਣਾ ਗਾ, ਮੈਂ ਵੀ ਪੈਸੇ ਕਮਾਉਣਾ ਗਾ, ਪਰ ਇਹ ਸਮਝ ਕੇ ਚੱਲੀਦਾ ਹੁੰਦਾ ਵੀ ਜੇ ਆਪਾਂ ਥੋੜਾ ਖਾ ਲਾਂਗੇ ਤਾਂ ਲੰਮਾ ਟਾਈਮ ਖਾ ਲਾਂਗੇ, ਜੇ ਇੱਕ ਦਿਨ ਉਹ ਕਰ ਲਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ। ਸੋਨੇ ਦਾ ਅੰਡਾ, ਹਾਂ ਸੋਨੇ ਦਾ ਅੰਡਾ ਵੀ, ਮੁਰਗੀ ਨੂੰ ਨਾ ਹੱਥ ਪਾਓ, ਆਂਡੇ ਖਾਂਦੇ ਰਹੋ ਹੌਲੀ ਕਰਕੇ। ਹਾਂ, ਅੱਛਾ ਜਿੱਦਾਂ ਹੁਣ ਤੁਸੀਂ ਦੇਸੀ ਡਾਈਟ ਦੀ ਗੱਲ ਕੀਤੀ ਆ, ਭਾਵੇਂ ਜਿਹੜਾ ਕੋਈ ਬਿਗਨਰ ਜਾਂਦਾ, ਫਿਰ ਸ਼ਾਇਦ ਸਾਲ 1.5 ਸਾਲ ਜੇ ਉਹ ਲਾਉਂਦਾ, ਸਾਲ 1.5 ਸਾਲ ਤਾਂ ਉਹਨੂੰ ਜ਼ਰੂਰਤ ਹੀ ਨਹੀਂ ਹੁੰਦੀ ਇਹਨਾਂ ਪ੍ਰੋਟੀਨਾਂ ਦੀ ਜਾਂ ਇਹਨਾਂ ਡੱਬਿਆਂ ਦੀ। ਸਾਲ 1.5 ਸਾਲ ਤਾਂ ਜਿਹੜੀ ਸਾਡੀ ਘਰੇਲੂ ਖੁਰਾਕ ਆ ਉਹੀ ਸਾਨੂੰ ਇੰਨਾ ਕੁ ਜ਼ਰੂਰ ਦੇਈ ਜਾਂਦੀ ਹੈ। ਤਾਂ ਦੇਖੋ ਹੈ ਜੀ, ਇਹ ਤਾਂ ਫੈਕਟ ਹੈਗਾ, ਬਟ ਤੁਸੀਂ ਕਿਸੇ ਤੇ ਆਪਦੀ ਉਹ ਨਹੀਂ ਕਰ ਸਕਦੇ। ਮੈਂ ਸਿੰਪਲੀ ਇੱਕ ਗੱਲ ਕਹਿਣਾ ਜੀ, ਦੇਖੋ 100-150 ਦੇ ਆਸ-ਪਾਸ ਮੈਂ ਤੁਹਾਡੇ ਕੋਲੇ ਮੁੰਡਿਆਂ ਦੇ ਗਿਣਤੀ ਦੱਸੀ ਆ, ਤਾਂ ਮੈਂ ਨਹੀਂ ਮਤਲਬ
ਇੱਕ ਵੀ ਬੰਦਾ ਹੈ ਨਹੀਂ ਜਿਹੜਾ ਮੇਰੇ ਤੇ 100% ਟਰਸਟ ਕਰ ਲੇ ਮੈਂ ਇਹ ਕਹਿਣਾ ਹੁੰਦਾ ਵੀ ਕਾਹਦੇ ਵਾਸਤੇ ਆਉਂਦੇ ਆ ਬਾਈ ਵੇ ਪ੍ਰੋਟੀਨ ਲੈਣਾ ਯਾਰ ਮੈਂ ਕਿਉਂ ਖਰਚਾ ਕਰਨਾ, ਤੂੰ ਇਹਦੇ ਚੋਂ ਕੱਢ ਲਿਆ ਕਰ ਪ੍ਰੋਟੀਨ, ਆਂਡੇ ਖਾ ਲਿਆ ਕਰ ਜਾਂ ਚਿਕਨ ਖਾ ਲਿਆ ਕਰ, ਜੇ ਨਾਨ ਵੈਜ ਖਾ ਲੈਣਾ ਸਸਤੇ ਪੈਣਗੇ। ਮੰਨਦਾ ਕੋਈ ਨਹੀਂ। ਦੇਖੋ ਦੇਖ ਆ ਸਾਰਾ ਕੁਛ ਇਹ, ਦੇਖੋ ਦੇਖ ਜਿਵੇਂ ਪ੍ਰੀ ਵਰਕਆਊਟ ਸਪਲੀਮੈਂਟ ਆ ਬਾਈ, ਡੱਬਾ ਮੁੱਕ ਗਿਆ ਦੇਈ, ਉਹ ਮੈਂ ਕਿਹਾ ਯਾਰ 2 ਰੁਪਈਆਂ ਦਾ ਕਾਫੀ ਦਾ ਪਾਊਚ ਆਉਂਦਾ, ਤੁਸੀਂ ਉਹ ਲੈ ਲਿਆ ਕਰੋ, ਉਹ ਤੂੰ ਆਪਦੇ ਪੈਸੇ ਬਣਾ ਲਾ, ਤੈਨੂੰ ਦੇਈ ਜਾਂਦੇ ਆ ਅਸੀਂ ਪੈਸੇ। ਵੀ ਮੰਨਦੇ ਨਹੀਂ, ਇੱਕ ਦੂਜੇ ਦੀ ਰੀਸ ਹੈ। ਕਿਉਂ ਸਾਡੇ ਸਾਹਮਣੇ ਪੇਸ਼ ਹੀ ਇਹ ਕਰਤਾ, ਇੱਕ ਸ਼ੇਕਰ ਜਿਹਾ ਹੁੰਦਾ ਗਾ, ਉਹਨੂੰ ਹਿਲਾ ਕੇ ਉਹਨੂੰ ਪੀਣਾ, ਸ਼ੇਕ ਕਰਕੇ ਉਹ ਕਰਨਾ। ਵੀ ਇੱਕ ਬਾਈ ਜਿਮ ਬੈਗ ਹੋਵੇ, ਇੱਕ ਸ਼ੇਕਰ ਹੋਵੇ, ਚੰਗਾ ਤੌਲੀਆ, ਚਲੋ ਤੌਲੀਏ ਦਾ ਤਾਂ ਫਾਇਦਾ ਹੁੰਦਾ, ਕੋਈ ਨੁਕਸਾਨ ਨਹੀਂ। ਤੇ ਸਾਰਾ ਕੁਝ ਮਤਲਬ ਇਹ ਕਲਚਰ ਬਣਾਤਾ, ਟਰੈਂਡ ਬਣਾਤਾ, ਇਹਦੇ ਬਿਨਾ ਸਾਰਦੀ ਨਹੀਂ। ਮੈਂ ਕਹਿ ਦਿੰਦਾ ਬਹੁਤਿਆਂ ਨੂੰ ਕਿਹਾ ਵੀ 6 ਮਹੀਨੇ ਤੱਕ ਤੈਨੂੰ ਝਾਕਣ ਦੀ ਲੋੜ ਨਹੀਂ। ਤੇ ਮੁੰਡੇ ਹੁੰਦੇ ਆ ਬਈ ਆ ਮੇਰੇ ਫਾਦਰ ਦਾ ਨੰਬਰ ਹੈ, ਇਹਨਾਂ ਨਾਲ ਗੱਲ ਕਰ ਲਿਓ। ਮੈਂ ਕਿਉਂ ਕਰਾਂ, ਮੈਨੂੰ ਕੋਈ ਲਾਲਚ ਹੈਗਾ? ਮੈਂ ਤਾਂ ਇਹ ਹੈ ਵੀ ਅਨਸਰ ਦੇ ਨੂੰ ਦਿੰਦਾ ਕਿਸੇ ਨੂੰ, ਜਦੋਂ ਕੋਈ ਬੰਦਾ ਕਹਿ ਦੇ ਬਈ ਦੇ ਚੱਕ ਕੇ ਇੱਕ ਸਪਲੀਮੈਂਟ, ਤੇ ਫਿਰ ਕਹਿੰਦੇ ਵੀ ਮੈਂ ਤੁਹਾਡੇ ਨਾਲ ਗੱਲ ਕਰਾਉਂਗਾ ਪਾਪਾ ਦੀ, ਤੁਸੀਂ ਕਹਿ ਦਿਓ ਵੀ ਇਹਦੇ ਨੁਕਸਾਨ ਨਹੀਂ ਹੁੰਦੇ ਕੋਈ। ਨੁਕਸਾਨ ਹੁੰਦੇ ਕਿਉਂ ਨਹੀਂ? ਨੁਕਸਾਨ ਤਾਂ ਬਥੇਰੇ ਹੁੰਦੇ ਆ। ਤੁਹਾਡੇ ਪਿਓ ਦੀ ਜੇਬ ਤੇ ਕਿੱਡਾ ਵੱਡਾ ਡਾਕਾ ਪੈ ਰਿਹਾ ਵੀ 4-5 ਹਜ਼ਾਰ ਜਦੋਂ ਜਿਹੜੇ ਬੰਦੇ ਨੇ ਲਾਉਣਾ ਆਪਦੇ ਪੱਲਿਓਂ ਦੇਣਾਗਾ, ਉਹਨੂੰ ਤਾਂ ਦੇਣੇ ਔਖੀ ਲੱਗਦੇ ਆ ਨਾ ਗਿਰਾਂ। ਵੀ ਜਦੋਂ ਤੁਹਾਡਾ ਕੋਈ ਗੋਲ ਹੈ ਪ੍ਰੋਫੈਸ਼ਨਲ ਕਬੱਡੀ ਪਲੇਅਰ ਬਣਨਾ, ਚੰਗਾ ਐਥਲੀਟ ਬਣਨਾ, ਫਿਟਨੈਸ ਜਿਹੜਾ ਹੈ ਮਾਡਲ ਬਣਨਾ, ਜਾਂ ਬੋਡੀ ਬਿਲਡਰ ਬਣਨਾ, ਫਿਰ ਇਹਨਾਂ ਚੀਜ਼ਾਂ ਦੀ ਸਖਤ ਲੋੜ ਹੈ ਜੀ। ਬਾਈ ਤੁਸੀਂ ਨੁਕਸਾਨ ਦੀ ਗੱਲ ਕਰੀ ਆ, ਇਹ ਨੁਕਸਾਨ ਆਪਾਂ ਜੇਕਰ ਪ੍ਰੋਫੈਸ਼ਨਲ ਲੈਵਲ ਤੇ ਦੇਖੀਏ ਤਾਂ ਹੁੰਦੇ ਵੀ ਬਹੁਤ ਦੇਖਿਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਮੇਰੀ ਕੋਈ ਨਹੀਂ ਮੰਨਦਾ, 100% ਨਹੀਂ ਫੋਲੋ ਕਰਦੇ ਹੈ ਨਾ। ਤੇ ਕਿਉਂਕਿ ਬਹੁਤੇ ਯੂਟਿਊਬਰ ਨਹੀਂ ਜਾਂਦੇ ਆ, ਗੂਗਲ ਤੇ ਸਰਚਾਂ ਮਾਰ ਲਓ, ਉੱਥੇ ਦੇਖ ਲਿਆ ਇਹਦਾ ਐਡਾ ਡੌਲਾ ਤਾਂ ਇਹਨੇ ਐਂ ਬਣਾਇਆ, ਉਹ ਚੀਜ਼ਾਂ ਤੇ ਜਿਹੜੇ ਆਪਣੇ ਆਪ ਤੇ ਇੰਪਲੀਮੈਂਟ ਕਰਨੇ ਸ਼ੁਰੂ ਕਰ ਦਿੰਦੇ ਆ, ਜਾਂ ਵੱਡੇ ਬੋਡੀ ਬਿਲਡਰ ਦੇ ਚੈਨਲ ਦੇਖੇ ਜਾਂਦੇ ਆ, ਉਹਨਾਂ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੰਦੇ ਆ। ਪਰ ਸ਼ਾਇਦ ਉਹ ਆਪਣੇ ਸਰੀਰ ਦੀ ਰਿਕਵਰੀ ਕਿਵੇਂ ਕਰਦੇ ਆ, ਉਹ ਚੀਜ਼ਾਂ ਦੇਖੀਆਂ ਨਹੀਂ ਜਾਂਦੀਆਂ। ਇਹ ਚੀਜ਼ ਹੈਗੀ ਆ। ਬਿਲਕੁਲ ਜੀ, ਬਿਲਕੁਲ। ਇਹਦੇ ਬਾਰੇ ਤਾਂ ਮਤਲਬ ਕੁਝ ਵੀ ਨਹੀਂ ਦੇਖਿਆ ਕਿਸੇ ਨੇ। ਵੀ ਸਾਹਮਣੇ ਵਾਲਾ ਬੰਦਾ, ਹੁਣ ਵੱਡੇ ਯੂਟਿਊਬਰ ਬੈਠੇ ਆ, ਕਲੇਮ ਕਰਦੇ ਆ ਕਿ ਉਹ ਨੈਚੁਰਲ ਨੇ, ਤੇ ਇੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਆਪਦੇ ਯੂਰਿਨ ਦਾ ਸੈਂਪਲ ਦੇਣ ਲਈ ਵੀ ਤਿਆਰ ਆ ਵੀ ਤੁਸੀਂ ਡੋਪ ਟੈਸਟ ਕਰਾ ਲਓ। ਦੇਖੋ ਨਾ ਤਾਂ ਕਿਸੇ ਨੇ ਉਹਦੇ ਕੋਲੇ ਜਾਣਾ, ਉਹ ਬੈਠਾ ਕੈਨੇਡਾ 'ਚ ਹੈ, ਕੋਈ ਅਮਰੀਕਾ 'ਚ ਬੈਠਾ, ਕੋਈ ਮੁੰਬਈ ਬੈਠਾ। ਇੱਕ ਪੰਜਾਬੀ ਆਮ ਪਰਿਵਾਰ ਦਾ ਮੁੰਡਾ ਕਿੱਥੇ ਜਾ ਕੇ ਉਹਦੇ ਕੋਲੇ ਯੂਰਿਨ ਦਾ ਸੈਂਪਲ ਲੈਣ ਜਾਊ? ਜਾਂ ਫਿਰ ਉਹ ਡੋਪ ਟੈਸਟ ਜਿਹੜਾ 60-70 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਜਿਹਦੇ ਤੇ, ਕਿੱਥੇ ਉਹ ਡੋਪ ਟੈਸਟ ਕਰਾ ਲੂਗਾ? ਤਾਂ ਇੰਨੇ ਨਾਲ ਹੀ ਜਿਹੜਾ ਉਹਦੇ ਮਨ 'ਚ ਗੱਲ ਕਰ ਜਾਂਦੀ ਹੈ ਵੀ ਯਾਰ ਹੈ ਬਾਈ ਤਾਂ ਨੈਚੁਰਲ ਦੱਸਦਾ ਗਾ। ਤੇ ਹਾਲਾਂਕਿ ਨੈਚੁਰਲ ਵਾਲੀ ਕੋਈ ਗੱਲਬਾਤ ਹੈ ਹੀ ਨਹੀਂ। ਨੈਚੁਰਲ ਦਾ ਸਾਡੇ ਭਲਵਾਨ ਹੁੰਦੇ ਸੀ, ਉਹਨਾਂ ਦੇ ਸਰੀਰ ਦੇਖੇ ਸੀ ਤੁਸੀਂ ਕਿਹੋ ਜਿਹੇ ਸੀ। ਇੰਨੀ ਕਟਿੰਗ ਜਿਹੜੇ ਇਹ ਅੱਜ ਕੱਲ੍ਹ ਪਾਈ ਫਿਰਦੇ ਆ, ਜਾਂ ਮਸਕੂਲਰ ਨੇ, ਤੇ ਉਹਦੇ ਲਈ ਫਿਰ ਸਾਰਾ ਕੁਝ ਵਰਤੇ ਹੀ ਜਾਂਦਾ। ਬਾਈ ਤੁਸੀਂ ਦੱਸੋ, ਤੁਸੀਂ ਖੁਦ ਬੋਡੀ ਬਿਲਡਿੰਗ ਕੀਤੀ ਹੈ, ਕਿ ਜੇਕਰ ਇੰਨੀ ਕਟਿੰਗ ਦੀ ਗੱਲ ਕਰੀਏ ਕਿ ਬੋਡੀ ਫੈਟ ਪਰਸੈਂਟੇਜ ਭਾਈ 5% ਆ, 6% ਆ, ਇਹ ਨੈਚੁਰਲ ਆ ਸਕਦੇ ਆ ਜਾਂ ਕੁਛ ਨਾ ਕੁਛ ਤਾਂ ਯੂਜ਼ ਕਰਨਾ ਹੀ ਪੈਂਦਾ? ਜੇਕਰ ਮੈਂ ਜਮਾਂ ਦੇਸੀ ਖੁਰਾਕ ਦੀ ਗੱਲ ਕਰਾਂ, ਪ੍ਰੋਟੀਨ ਦਾ ਡੱਬਾ ਵੀ ਛੱਡਦਾ। ਹਾਂਜੀ, ਨਹੀਂ ਬਿਲਕੁਲ ਨਹੀਂ, ਪੋਸੀਬਲ ਹੀ ਨਹੀਂ ਜੀ। ਕਿਉਂਕਿ ਦੇਖਿਆ ਜਾਵੇ ਤਾਂ ਇੱਕ ਆਮ ਜਿਹੜਾ ਹੈ ਇਨਸਾਨ ਦੀ, ਆਮ ਬੰਦੇ ਦੀ ਜਿਹੜੀ ਨੋਰਮਲ, ਜਿਹਨੇ ਇੱਕ ਸਧਾਰਨ ਜੀਵਨ ਬਤੀਤ ਕਰਨਾ, ਉਹਦੀ ਜਿਹੜੀ ਬੋਡੀ ਫੈਟ ਪਰਸੈਂਟੇਜ ਆ ਉਹ 15-18% ਜ਼ਰੂਰੀ ਹੁੰਦੀ ਹੈ, ਇੰਨੀ ਕੁ ਹੁੰਦੀ ਆ। ਜੇ 20 ਤੋਂ ਉੱਪਰ ਜਾਂਦੀ ਹੈ ਤਾਂ ਉਹਨੂੰ ਮੋਟਾਪੇ ਦਾ ਸ਼ਿਕਾਰ ਜਿਹੜਾ ਹੈ ਘੋਸ਼ਿਤ ਕਰ ਦਿੱਤਾ ਜਾਂਦਾ। ਤੇ ਜੇ ਹੁਣ 4-5% ਵਾਲੀ ਜਾਂ 0.1% ਚਾਂਸ ਆ ਵੀ ਕੋਈ ਐਕਸਟਰਾਆਰਡੀਨਰੀ ਹੈ ਬੰਦਾ, ਗਿਫਟਡ ਹੈ। ਮੇਰੇ ਕੋਲ ਇੱਕ ਮੁੰਡਾ ਆਉਂਦਾ ਜਿਮ ਦੇ ਵਿੱਚ, ਉਹ ਪਹਿਲੇ ਦਿਨੋਂ ਹੀ ਮਤਲਬ ਕਹਿ ਲਓ ਕਾਫੀ ਪਤਲਾ ਸੀਗਾ। ਉਹਦੇ ਜੇ ਆਪਾਂ ਪਿੰਚ ਕਰਕੇ ਵੀ ਦੇਖਦੇ ਹਾਂ ਬੋਡੀ ਫੈਟ ਪਰਸੈਂਟੇਜ ਬਹੁਤ ਘੱਟ ਆ, ਤੇ ਹੁਣ ਉਹ ਮਸਲ ਗੇਨ ਵੀ ਕਰ ਰਿਹਾ ਹੌਲੀ। ਬਟ ਜੇਕਰ ਇੱਕ ਆਮ ਬੰਦੇ ਲਈ ਕਹਿ ਦਈਏ ਕਿ ਵੀ ਫਲਾਣੇ ਯੂਟਿਊਬਰ ਨੇ ਕਿਹਾ ਵੀ ਆਹ ਡਾਈਟ ਫੋਲੋ ਕਰ ਲਓ, ਇਹਦੇ ਨਾਲ ਤੁਹਾਡੇ ਐਬਸ ਨਿਕਲੇ ਆਉਣਗੇ, ਜਿਹੜਾ ਹੈ ਬੋਡੀ ਫੈਟ ਪਰਸੈਂਟੇਜ 4 ਤੋਂ 5% ਤੇ ਆਜੂ, ਤਾਂ ਬਿਲਕੁਲ ਹੀ ਜਿਹੜਾ ਹੈ ਰੱਤੀ ਭਰ ਵੀ ਸੱਚਾਈ ਨਹੀਂ ਇਹਦੇ ਵਿੱਚ, ਬਿਲਕੁਲ ਝੂਠ ਹੈ ਇਹ ਸਾਰਾ ਸਟੈਰੋਇਡ ਦੀ ਹੀ ਗੇਮ ਹੁੰਦੀ ਹੈ। ਤੇ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਕਿ ਜੇਕਰ ਫਿੱਟ ਬੰਦਾ ਹੋਣਾ ਚਾਹੁੰਦਾ ਡੱਬਿਆਂ ਤੋਂ ਬਿਨਾਂ, ਜੇਕਰ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਦੇਸੀ ਜੀ ਗੱਲ ਕਰਾਂ, ਡੱਬਿਆਂ ਤੋਂ ਬਿਨਾਂ ਬੰਦਾ ਫਿੱਟ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਤੁਸੀਂ ਸਿੰਪਲ ਗੱਲ ਇਹ ਦੇਖੋ ਨਾ, ਜਿਵੇਂ ਬਾਲੀਵੁੱਡ ਦੀ ਗੱਲ ਕਰਨੀ ਆ, ਸਲਮਾਨ ਖਾਨ ਨੂੰ ਪਹਿਲਾਂ ਬਦਨਾਮ ਕੀਤਾ ਗਿਆ, ਕਹਿੰਦੇ ਵੀ ਉਹ ਟੀਕੇ ਲਾ ਕੇ ਬੋਡੀ ਬਣਾਈ ਆ। ਚਲੋ ਜਦੋਂ ਮੈਂ ਛੋਟਾ ਹੁੰਦਾ ਮੈਂ ਫੈਨ ਸੀ ਇਹਦਾ, ਸਨੀ ਦਿਓਲ ਦਾ ਵੀ ਫੈਨ ਰਿਹਾ, ਤੇ ਉਦੋਂ ਮੈਨੂੰ ਗੁੱਸਾ ਆਇਆ ਕਰੇ ਵੀ ਐਂ ਕਹਿੰਦੇ ਹੈਗੇ ਬਾਈ ਨੂੰ, ਉਸਤਾਦ ਨੂੰ, ਕਿਉਂਕਿ ਆਪਣੇ ਰੋਲ ਮਾਡਲ ਹੁੰਦੇ ਆ। ਬਟ ਬਾਅਦ 'ਚ ਪਤਾ ਲੱਗ ਗਿਆ ਸੀਗਾ ਵੀ ਸਾਰਿਆਂ ਨੂੰ ਪਤਾ ਵੀ ਇਸ ਚੀਜ਼ ਤੋਂ ਬਿਨਾਂ ਪੋਸੀਬਲ ਨਹੀਂ ਹੈ। ਠੀਕ ਹੈ, ਹੁਣ ਦੂਜੇ ਪਾਸੇ ਸਨੀ ਦਿਓਲ ਨੂੰ ਦੇਖੀਏ, ਉਹ ਸ਼ਾਇਦ ਮੈਨੂੰ ਲੱਗਦਾ ਵੀ ਉਹ ਨੈਚੁਰਲ ਬਣ ਸਕਦੀ ਹੈ ਉਹੀ ਜੀ ਬੋਡੀ, ਤਾਂ ਸਨੀ ਦਿਓਲ ਵਰਗੀ ਬੋਡੀ ਤਾਂ ਬਣਾ ਹੀ ਸਕਦੇ ਆ ਨਾ, ਵੀ ਹਾਂ ਨੈਚੁਰਲ ਬਣ ਸਕਦੀ ਆ ਉਵੇਂ, ਕਿਉਂਕਿ ਉਹ ਓਨੀ ਕਟਿੰਗ ਹੈ ਨਹੀਂ, ਓਨੀ ਮਸਲ ਕਲੈਰਿਟੀ ਨਹੀਂ, ਕੋਈ ਐਬਸ ਨਹੀਂ ਹੈਗੇ, ਵੀ ਫਿੱਟ ਫੇਰ ਵੀ ਨਜ਼ਰ ਆਉਂਦੇ ਆ। ਉਹ ਘਰੇਲੂ ਖੁਰਾਕ ਨਾਲ ਬਣਿਆ ਜਾ ਸਕਦਾ ਹੁੰਦਾ।
ਕੀ ਕਹਿਣਾ ਚਾਹੋਗੇ ਫਿਰ ਉਹਨਾਂ ਨੌਜਵਾਨਾਂ ਦੇ ਲਈ, ਉਸ ਜਵਾਨੀ ਦੇ ਲਈ ਸੁਨੇਹਾ ਸੰਦੇਸ਼ ਕੀ ਰਹੂਗਾ ਜਿਹੜੀ ਚਾਹੁੰਦੀ ਹੈ ਇਸ ਵੱਲ ਆਉਣਾ? ਜਿੱਦਾਂ ਦੱਸਿਆ ਕਿ ਬਿਗਨਰਸ ਜੇਕਰ ਇਸ ਮਾਰਕੀਟ ਦੇ ਵਿੱਚ ਆਉਂਦੇ ਨੇ, ਇਸ ਪਾਸੇ ਆਉਂਦੇ ਨੇ, ਤਾਂ ਉਹਨਾਂ ਨੂੰ ਪਹਿਲੀ ਹੱਥਾਂ ਦੇ ਵਿੱਚ ਡੱਬੇ ਫੜਾ ਦਿੱਤੇ ਜਾਂਦੇ ਨੇ, ਉਹਨੂੰ ਆਖ ਦਿੱਤਾ ਜਾਂਦਾ ਕਿ ਯਾਰ ਜੇ ਬੋਡੀ ਬਣੂ ਤੇ ਇਦਾਂ ਹੀ ਬਣੂਗੀ। ਉਹਨਾਂ ਨੂੰ ਕਹਿਣਾ ਕੀ ਚਾਹੋਗੇ? ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਜੀ ਜੇ ਤੁਸੀਂ ਉੱਚੀ ਉਡਾਰੀ ਮਾਰਨੀ ਆ ਤਾਂ ਆਪਦੇ ਖੰਭਾਂ ਤੇ ਭਰੋਸਾ ਹੋਣਾ ਜ਼ਰੂਰੀ ਹੈ। ਉਹਦੇ ਲਈ ਕੀ ਹੈ, ਆਪਦੇ ਸਰੀਰ ਤੇ ਇੱਕ ਵਾਰੀ ਤਜਰਬਾ ਤਾਂ ਕਰਕੇ ਦੇਖੋ। ਆਪਦੇ ਇਹ ਤਾਂ ਮੈਂ ਕਹਿ ਨਹੀਂ ਸਕਦਾ ਕੋਚ ਤੇ ਜਿਹੜਾ ਹੈ ਭਰੋਸਾ ਕਰਕੇ ਦੇਖੋ, ਕਿਉਂਕਿ ਕੋਚ ਦਾ ਫਿਰ ਜ਼ਿਆਦਾਤਰ ਬਹੁ ਗਿਣਤੀ ਤਾਂ ਦੇਖਿਆ ਹੀ ਆ ਆਪਾਂ ਵੀ ਉਹੀ ਡੱਬੇ ਵੇਚਣ ਦੀ ਜ਼ੋਰ ਹੁੰਦਾ ਗਾ। ਤਾਂ ਇਹਦੇ 'ਚ ਇਹ ਹੈਗਾ ਵੀ ਘੱਟੋ ਘੱਟ ਬਾਹਲਾ ਨਹੀਂ ਤਾਂ ਸਾਲ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਬਰ ਰੱਖਦਾ, ਕਿਉਂਕਿ ਮੈਨੂੰ ਯਾਦ ਆ ਵੀ ਮੈਂ 2007 'ਚ ਜਿੰਮ 'ਚ ਜਾਣਾ ਸ਼ੁਰੂ ਕੀਤਾ ਸੀ ਤੇ 2011 ਤੱਕ ਕਹੀਂ ਜਾਈ ਗਿਆ, ਕੋਈ ਰਿਜ਼ਲਟ ਨਹੀਂ ਆਇਆ ਸੀ। ਮੈਨੂੰ ਅੱਜ ਵੀ ਹੈਰਾਨੀ ਹੁੰਦੀ ਹੈ ਵੀ ਇੰਨਾ ਜ਼ਿਆਦਾ ਸਬਰ ਬਿਨਾਂ ਕਿਸੇ ਰਿਜ਼ਲਟ ਤੋਂ ਹੀ ਜਾਈ ਗਏ। ਤੇ ਜਦੋਂ ਪਤਾ ਲੱਗਿਆ ਵੀ ਕੀ ਹੁੰਦਾ, ਫਿਰ ਮੈਂ 2 ਸਾਲਾਂ 'ਚ ਹੀ ਮਤਲਬ ਸਾਰਾ ਕੁਝ ਕਰ ਲਿਆ ਸੀ ਜਿੰਨਾ ਕੁ ਮੇਰਾ ਸੀਗਾ ਰੋਲ। ਮੈਂ ਵੀ ਮਿਸਟਰ ਬਠਿੰਡਾ ਬਣ ਕੇ ਦੇਖਣਾ, ਕਿਉਂਕਿ ਬਠਿੰਡੇ ਤੋਂ ਮੈਂ ਹੈਗਾ, ਤੇ ਉਹ ਮੈਂ ਅਚੀਵ ਕਰ ਲਿਆ ਸੀ ਆਪਦਾ ਗੋਲ। ਉਸ ਤੋਂ ਬਾਅਦ ਚਲੋ ਇਹ ਹੈਗਾ ਵੀ ਥੋੜ੍ਹਾ ਜਿਹਾ ਮਹਿੰਗਾ ਪੈਂਦਾ ਸੀ ਕੰਮ, ਜੇ ਪੰਜਾਬ ਦੀ ਤਿਆਰੀ ਕਰਨੀ ਸੀ ਤਾਂ ਮੈਂ ਉਹਨੂੰ ਅਫੋਰਡ ਨਹੀਂ ਕਰ ਪਾਇਆ। ਮੈਂ ਉੱਥੇ ਹੀ ਜਿਹੜਾ ਹੈ ਫੁੱਲ ਸਟਾਪ ਲਾਤਾ। ਤੇ ਉਹਨਾਂ ਨੂੰ ਇਹੀ ਹੈ ਮੇਰੀ ਇੱਕ ਰਿਕੁਐਸਟ ਵੀ ਇੱਕ ਵਾਰੀ ਜਿਹੜੀ ਸਧਾਰਨ ਖੁਰਾਕ ਆ, ਸਿੰਪਲ ਖੁਰਾਕ ਆ, ਉਹਦੇ 'ਤੇ ਜਿਹੜਾ ਹੈ ਤੁਸੀਂ ਆਪਦਾ ਐਕਸਪੈਰੀਮੈਂਟ ਕਹਿ ਲਓ, ਤਜਰਬਾ ਕਹਿ ਲਓ, ਉਹ ਕਰਕੇ ਜ਼ਰੂਰ ਦੇਖੋ। 1 ਘੰਟੇ ਤੋਂ ਵੱਧ ਵਰਕਆਊਟ ਨਹੀਂ ਕਰੀਦਾ ਹੁੰਦਾ, ਰਿਕਵਰੀ ਨਹੀਂ ਹੁੰਦੀ, ਕਿਉਂਕਿ ਸਿੰਪਲੀ ਜੇ ਦੇਖਿਆ ਜਾਵੇ ਵਰਕਆਊਟ ਤਾਂ ਇੱਕ ਲੇਬਰਰ ਮਜ਼ਦੂਰ ਵੀ ਸਾਰਾ ਦਿਨ ਕਰਦਾ, ਸਾਰਾ ਦਿਨ ਇੱਟਾਂ ਚੱਕਦਾ, ਕਹੀ ਚਲਾਉਂਦਾ, ਮਸਲ ਤਾਂ ਉਹਦੇ ਬਣ ਜਾਂਦੇ ਆ ਪਰ ਵੱਡੇ ਨਹੀਂ ਹੁੰਦੇ। ਦੇਖੋ, ਥੋੜੇ ਜਿਹੇ ਟਾਈਮ ਲਈ ਜਿਹੜਾ ਬਾਡੀ ਤੇ ਇੱਕਦਮ ਪੂਰਾ ਜ਼ਿਆਦਾ ਸਟ੍ਰੈਸ ਦੇਣਾ, ਉਹਦੇ ਨਾਲ ਮਸਲ ਦੀ ਵਧੀਆ ਗਰੋਥ ਹੋ ਜਾਂਦੀ ਆ। ਜੇ ਲੰਮਾ ਟਾਈਮ ਤੁਸੀਂ ਵਰਕ ਕਰਦੇ ਜਾਓਗੇ ਉਹਦੇ ਨਾਲ ਉਨੀ ਗਰੋਥ ਨਹੀਂ ਹੁੰਦੀ। ਇਹਦੀ ਸਾਰਿਆਂ ਤੋਂ ਵਧੀਆ ਐਗਜ਼ਾਮਪਲ ਹੈਗੀ ਆ 100 ਮੀਟਰ ਦੇ ਐਥਲੀਟ ਤੁਸੀਂ ਦੇਖੇ ਹੋਣਗੇ, ਤੇ ਕਿੰਨੇ ਸੋਹਣੇ ਮਸਲ ਹੁੰਦੇ ਆ, ਕਿਉਂਕਿ ਥੋੜ੍ਹਾ ਜਿਹਾ ਬਸ 10 ਤੋਂ 12 ਸਕਿੰਟ ਉਹਨਾਂ ਨੇ ਜਿਹੜਾ ਹੈ ਭੱਜਣਾ ਹੁੰਦਾ, ਉਹਦੇ ਲਈ ਉਹਨਾਂ ਦੀ ਬਾਡੀ ਉਵੇਂ ਤਿਆਰ ਕੀਤੀ ਹੁੰਦੀ ਆ। ਵਰਕਆਊਟ ਕਰਦੇ ਆ, ਜਿੰਮ ਵੀ ਕਰਦੇ ਆ, ਉਸ ਤਰ੍ਹਾਂ ਦੀ ਤਿਆਰੀ ਵੀ ਕਰਦੇ ਆ। ਦੂਜੇ ਪਾਸੇ 5000 ਮੀਟਰ ਵਾਲੇ ਜਿਹੜੇ ਐਥਲੀਟ ਹੋਣਗੇ ਬਿਲਕੁਲ ਸਕਿਨੀ ਹੁੰਦੇ ਆ, ਪਤਲੀਆਂ ਜਿਹੀਆਂ ਬਾਹਾਂ ਹੁੰਦੀਆਂ, ਪਤਲੇ ਜਿਹੇ ਸਰੀਰ ਹੁੰਦੇ ਆ, ਹਲਕੇ ਫੁਲਕੇ ਜੇ, ਤਾਂ ਉੱਥੇ ਉਹ ਲੰਮਾ ਜਿਹੜਾ ਹੈ ਸਮਾਂ ਮਿਹਨਤ ਕਰਦੇ ਆ, ਉਹਨਾਂ ਦੀ ਮਸਲ ਗਰੋਥ ਉਸ ਹਿਸਾਬ ਦੀ ਹੁੰਦੀ ਆ। ਤਾਂ ਥੋੜ੍ਹੇ ਟਾਈਮ ਦੇ ਵਿੱਚ ਵਧੀਆ ਇੰਟੈਂਸਿਟੀ ਦਾ ਵਰਕਆਊਟ ਜੇ ਤੁਸੀਂ ਕਰੋਗੇ, ਉਹਦੇ ਨਾਲ ਮਸਲ ਗਰੋਥ ਵਧੀਆ ਹੋਊ। ਤੇ ਨਾਲ ਤੁਹਾਡੀ ਡਾਈਟ ਜਿਹੜੀ ਚੰਗੀ ਹੋਣੀ ਚਾਹੀਦੀ ਹੈ। ਤੇ ਡੱਬਿਆਂ ਵਾਲੀ ਗੱਲ ਕਰੀਏ ਤਾਂ ਵੀ ਮੈਂ ਕਹਿਣਾ ਵੀ 6-7 ਮਹੀਨੇ ਵੇਟ ਕਰ ਲੈਣੀ ਚਾਹੀਦੀ ਆ। ਹਾਂ, ਉਸ ਤੋਂ ਬਾਅਦ ਚਲੋ ਦੇਖ ਲਓ, ਜੇ ਜੈਨੂਅਨ ਮਿਲਦੇ ਆ ਕਿਸੇ ਪਾਸਿਓਂ ਤਾਂ ਤੁਸੀਂ ਟਰਾਈ ਕਰ ਸਕਦੇ ਹੋ, ਪਰ ਜੈਨੂਅਨ ਹੋਣੇ ਚਾਹੀਦੇ ਆ। ਹੁਣ ਦੂਜੀ ਗੱਲ ਜੇ ਕਹਦੇ ਸਾਈਡ ਇਫੈਕਟਸ ਦੀ, ਮੈਂ ਤੁਹਾਡੇ ਸਵਾਲ ਕਰਨ ਤੋਂ ਪਹਿਲਾਂ ਹੀ ਦੱਸ ਦਿੰਦਾ। ਹੁਣ ਜੇ ਕੋਈ ਬੰਦਾ ਮੰਨ ਲਓ ਕਿਡਨੀ ਦੇ ਟੈਸਟ ਕਰਾਉਂਦਾ, ਤਾਂ ਕਿਡਨੀ ਪੇਸ਼ੈਂਟ ਲਈ ਜਿਹੜਾ ਪ੍ਰੋਟੀਨ ਆ ਉਹ ਬਹੁਤ ਹੀ ਮਾੜਾ ਹੁੰਦਾ ਹੈ ਜੇ ਜ਼ਿਆਦਾ ਮਾਤਰਾ ਦੇ ਵਿੱਚ ਖਾਂਦੇ ਆ। ਤੇ ਕਿਡਨੀ ਪੇਸ਼ੈਂਟ ਦਾ ਬਹੁਤੇ ਕੇਸਾਂ ਦੇ ਵਿੱਚ ਪਤਾ ਨਹੀਂ ਲੱਗਦਾ ਜਿੰਨਾ ਚਿਰ ਅਸੀਂ ਆਪਣਾ ਜਿਹੜਾ ਟੈਸਟ ਨਹੀਂ ਕਰਵਾਉਂਦੇ। ਟੈਸਟ ਕਿਹੜਾ ਹੁੰਦਾ, ਜਿਵੇਂ RFT ਰੇਨਲ ਫੰਕਸ਼ਨ ਟੈਸਟ, ਉਹਦੇ 'ਚ ਸਾਡੀ ਕਿਡਨੀ ਦੀ ਜਿਹੜੀ ਕੰਡੀਸ਼ਨ ਸਹੀ ਪਤਾ ਲੱਗ ਜਾਂਦੀ ਹੈ। ਉਦੋਂ ਉੱਪਰ ਜਿਹੜਾ ਹੈ ਫਿਲਟਰੇਸ਼ਨ ਰੇਟ ਕਿਡਨੀ ਦੀ ਕਿਸ ਤਰ੍ਹਾਂ GFR ਟੈਸਟ ਹੁੰਦਾ, ਉਹਦੇ ਨਾਲ ਪਤਾ ਲੱਗ ਜਾਂਦਾ। ਤਾਂ ਉਹ ਟੈਸਟ ਆਪਦੇ ਪਹਿਲਾਂ ਕਰਵਾ ਕੇ ਰੱਖ ਲਓ। ਜੇ ਤੁਹਾਡੀ ਕਿਡਨੀ ਨਾਰਮਲੀ ਫੰਕਸ਼ਨ ਕਰ ਰਹੀ ਹੈ, ਲਿਵਰ ਠੀਕ ਕੰਮ ਕਰ ਰਿਹਾ, ਤਾਂ ਤੁਸੀਂ ਵੇ ਪ੍ਰੋਟੀਨ ਜੇ ਉਹ ਅਸਲੀ ਹੈ, ਵਧੀਆ ਕੰਪਨੀ ਦਾ, ਯੂਜ਼ ਕਰ ਸਕਦੇ ਹੋ ਲਿਮਟਿਡ ਮਾਤਰਾ ਦੇ ਵਿੱਚ, ਤਾਂ ਉਹਦਾ ਕੋਈ ਵੀ ਨੁਕਸਾਨ ਨਹੀਂ ਹੈ। ਤੇ ਕ੍ਰੀਏਟਾਈਨ ਦੀ ਇੱਕ ਸਵਾਲ ਮੇਰਾ ਰਹਿ ਗਿਆ ਸੀ। ਕ੍ਰੀਏਟਾਈਨ ਦੀ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ ਕਿ ਕ੍ਰੀਏਟਾਈਨ ਜਿਹੜਾ ਲੋਕਾਂ ਨੂੰ ਦੇ ਦਿੱਤਾ ਜਾਂਦਾ, ਤੇ ਜੇਕਰ ਉਹਦੀ ਜ਼ਿਆਦਾ ਮਾਤਰਾ ਸਾਡੀ ਬੋਡੀ ਦੇ ਵਿੱਚ ਹੋ ਜਾਵੇ ਤਾਂ ਫਿਰ ਉਹਦਾ ਸਾਈਡ ਇਫੈਕਟ ਜੀ ਉਹਦਾ ਇਹੀ ਹੈ। ਵੈਸੇ ਸਾਡੀ ਸਾਰਿਆਂ ਦੀ ਬੋਡੀ ਦੇ ਵਿੱਚ ਜਿਹੜਾ ਕ੍ਰੀਏਟਿਨ ਬਣਦਾ ਹੀ ਹੁੰਦਾ ਹੈ, ਤੇ ਇਹਦਾ ਇੱਕ ਵੇਸਟ ਮਟੀਰੀਅਲ ਹੁੰਦਾ, ਉਹਨੂੰ ਕ੍ਰੈਟਿਨਿਨ ਬੋਲਦੇ ਆ ਜਾਂ ਕ੍ਰੀਟੀਨਾਈਨ ਬੋਲ ਦਿੰਦੇ ਆ ਕਈ ਬੰਦੇ। ਤਾਂ ਜਦੋਂ ਜ਼ਿਆਦਾ ਮਾਤਰਾ ਜਾਊ, ਓਬਵੀਅਸਲੀ ਜਿਹੜੀ ਵੇਸਟੇਜ ਆ ਉਹ ਵੀ ਜ਼ਿਆਦਾ ਮਾਤਰਾ ਦੇ ਵਿੱਚ ਜਾਊ। ਤਾਂ ਜਦੋਂ ਅਸੀਂ ਆਪਦਾ RFT ਜਾਂ KFT ਕਿਡਨੀ ਫੰਕਸ਼ਨ ਟੈਸਟ ਕਰਵਾਉਣੇ ਆ, ਉਹਦੇ 'ਚ ਜੇ ਤੁਹਾਡਾ ਉਹ 1 ਤੋਂ ਥੱਲੇ ਆਉਂਦਾ, ਵੈਸੇ ਤਾਂ 1.2 ਜਾਂ 1.4 ਉਹਦੀ ਨਾਰਮਲ ਮਾਤਰਾ ਮੰਨੀ ਜਾਂਦੀ ਆ, ਪਰ ਜੇ ਉਹ 1 ਤੋਂ ਥੱਲੇ ਆਉਂਦਾ ਤਾਂ ਸੇਫ ਹੈ ਤੁਹਾਡਾ, ਮਤਲਬ ਲੰਮਾ ਸਮਾਂ ਤੁਸੀਂ ਕੋਈ ਵੀ ਚੀਜ਼ ਦੀ ਵਰਤੋਂ ਕਰ ਸਕਦੇ ਹੋ। ਹਾਂ, ਜਦੋਂ ਕ੍ਰੀਏਟਿਨ ਦੀ ਵਰਤੋਂ ਕਰ ਰਹੇ ਹੁੰਦੇ ਆ ਤਾਂ ਉਹਦੇ ਨਾਲ ਕੁਛ ਟਾਈਮ ਲਈ ਉਹ ਅਪ ਵੀ ਆ ਜਾਂਦਾ। ਜਦੋਂ ਬੰਦ ਕਰ ਦੋਗੇ ਤਾਂ ਉਦੋਂ ਬਾਅਦ ਉਹ 2-3 ਮਹੀਨਿਆਂ ਤੱਕ ਨਾਰਮਲ ਆ ਜਾਣਾ ਚਾਹੀਦਾ ਹੁੰਦਾ। ਜੇਕਰ ਉਹ 1.2 ਤੋਂ ਉੱਪਰ ਆ ਰਿਹਾ, 4-5 ਆ ਰਿਹਾ, ਤਾਂ ਇਹਦਾ ਮਤਲਬ ਜਿਹੜੇ ਤੁਹਾਡੀ ਕਿਡਨੀ ਆ ਉਹ ਪ੍ਰੋਪਰ ਫੰਕਸ਼ਨ ਨਹੀਂ ਕਰ ਰਹੀ। ਤੇ ਬਾਈ ਜਿਹੜੇ ਮੰਨ ਲਓ ਡੱਬੇ ਯੂਜ਼ ਕਰਦੇ ਆ ਨੌਜਵਾਨ, ਜਿਹੜੇ ਮੁੰਡੇ ਯੂਜ਼ ਕਰਦੇ ਆ, ਤੁਸੀਂ ਕਿੰਨਾ ਕੀ ਕਹੋਗੇ ਕਿੰਨਾ ਸਮੇਂ ਦੇ ਵਿੱਚ ਜਿਹੜੇ ਟੈਸਟ ਆਪਣੇ ਲਾਜ਼ਮੀ ਹੁੰਦੇ ਆ, ਕਰਾਉਣੇ ਚਾਹੀਦੇ ਆ? ਦੇਖੋ, ਮੈਂ ਤਾਂ 3 ਮਹੀਨਿਆਂ ਤੋਂ ਹੀ ਕਹੂੰਗਾ, ਪਰ ਫਿਰ ਵੀ ਕਿਉਂਕਿ 1200-1500 ਰੁਪਇਆ ਖਰਚ ਆ ਜਾਂਦਾ ਫੁੱਲ ਬੋਡੀ ਚੈੱਕਅਪ ਕਰਾਉਣ 'ਤੇ।
ਤੇ ਉਹਦੇ ਲਈ ਤੁਸੀਂ ਇਹ ਮੰਨ ਲਓ ਵੀ 6 ਮਹੀਨਿਆਂ ਤਾਂ ਘੱਟੋ ਘੱਟ ਹੈ ਹੀ ਹੈ ਵੀ 6 ਮਹੀਨਿਆਂ ਤੋਂ ਵੱਧ ਸਮਾਂ ਨਹੀਂ ਪਾਉਣਾ ਚਾਹੀਦਾ। ਸਾਰੀ ਬੋਡੀ ਦੇ ਟੈਸਟ ਸਾਨੂੰ ਕਰਵਾਉਣੇ ਚਾਹੀਦੇ ਆ, ਭਾਵੇਂ ਪ੍ਰੋਫੈਸ਼ਨਲ ਬੋਡੀ ਬਿਲਡਰ ਆ ਤੇ ਭਾਵੇਂ ਜਿਹੜਾ ਹੈ ਫਿਟਨੈਸ ਕੋਈ ਵੀ ਫਿਟਨੈਸ ਦਾ ਚਾਹਵਾਨ ਹੈ ਉਹਨੂੰ ਮਤਲਬ 6 ਮਹੀਨਿਆਂ ਬਾਅਦ ਹਰ ਵਾਰੀ ਕਰਵਾ ਲੈਣੇ ਚਾਹੀਦੇ ਜੀ ਮਨਵਰ ਬਾਈ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਵੀ ਮੇਰੇ ਤੱਕ ਆਏ ਤੇ ਮੈਨੂੰ ਇਸ ਦੇ ਲਾਇਕ ਸਮਝਿਆ। ਹਾਂਜੀ ਸੋ ਮਨਵਰ ਬਾਈ ਮੇਰੇ ਨਾਲ ਸੀ ਮੁਲਾਕਾਤ ਦੇ ਵਿੱਚ। ਜਿਹੜੀ ਅੱਜ ਦੀ ਗੱਲਬਾਤ ਰਹੀ ਆ ਉਹ ਰਹੀ ਆ ਕਿ ਯਾਰ ਸਾਡੀ ਜਵਾਨੀ ਜਿਹੜੀ ਆ ਫਿੱਟ ਹੋਣਾ ਜ਼ਰੂਰ ਲੋਚਦੀ ਆ, ਫਿੱਟ ਹੋਣਾ ਭਾਲਦੀ ਆ ਕਿ ਫਿੱਟ ਹੋਣਾ, ਪਰ ਫਿੱਟ ਹੋਇਆ ਕਿਵੇਂ ਜਾਵੇ। ਆਪਣੀ ਡਾਈਟ ਵੱਲ ਧਿਆਨ ਜ਼ਰੂਰ ਰੱਖਿਆ ਜਾਵੇ ਤੇ ਕਿਸ ਤਰ੍ਹਾਂ ਦੀ ਡਾਈਟ ਜਿਹੜੀ ਖਾਣੀ ਚਾਹੀਦੀ ਹੈ, ਖਾਸ ਕਰਕੇ ਜੇਕਰ ਮੈਂ ਘਰੇਲੂ ਡਾਈਟ ਦੀ ਗੱਲ ਕਰਾਂ ਤੇ ਘਰੇਲੂ ਡਾਈਟ ਕਿਸ ਤਰ੍ਹਾਂ ਦੀ ਖਾਣੀ ਚਾਹੀਦੀ ਹੈ ਉਹ ਤੁਹਾਨੂੰ ਜਿਹੜਾ ਮੁਲਾਕਾਤ ਦੇ ਵਿੱਚ ਪੂਰਾ ਦੱਸਿਆ। ਪਰ ਜੇਕਰ ਫਿਰ ਵੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਆ ਤਾਂ ਮਨਵਰ ਬਾਈ ਦਾ ਨੰਬਰ ਜਿਹੜਾ ਇਸ ਵਕਤ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ, ਰਾਬਤਾ ਕਰ ਸਕਦੇ ਹੋ। ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਤਾਂ ਜੋ ਸਾਡੇ ਲੋਕਾਂ ਦੇ ਵਿੱਚ ਜਾਗਰੂਕਤਾ ਬਣੀ ਰਹੇ, ਸਮੇਂ-ਸਮੇਂ ਤੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।